ਜਿਹੜੀ ਹੁਣ ਗੱਲ ਕਰਦੇ ਹਾਂ ਜੀ ਆਪਾਂ ਦਰਬਾਰ ਸਾਹਿਬ ਤੇ ਅਟੈਕ ਦੀ ਹਮਲੇ ਦੀ ਗੱਲ ਕਰਦੇ ਜੀ। ਇਹਦਾ ਪਹਿਲਾਂ ਤੁਹਾਨੂੰ ਕਹਿ ਲਈਏ ਜਾਂ ਸੰਤਾਂ ਨੂੰ ਪਹਿਲਾਂ ਇਹ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਹਮਲਾ ਹੋਊਗਾ ਹੁਣ, ਕਿ ਦਰਬਾਰ ਸਾਹਿਬ ਦਾ ਇਹਨਾਂ ਨੇ ਓਟਾ ਅਸਰ ਲਿਆ ਸੀ, ਉੱਥੇ ਜਾ ਕੇ ਲੁਕੇ ਸੀ, ਹੋਰ ਜਗ੍ਹਾ ਕਿਉਂ ਨਹੀਂ ਲੁਕੇ? ਫਿਰ ਸਰਕਾਰ ਨੂੰ ਇਹ ਮਜਬੂਰ ਨੂੰ ਹਮਲਾ ਕਰਨਾ ਪਿਆ। ਉਹਨਾਂ ਨੇ ਤਾਂ ਸਰਕਾਰ ਨੇ ਤਾਂ ਇਹ ਤਹੀਆ ਕੀਤਾ ਸੀ ਵੀ ਸੇ ਕੌਮ ਨੂੰ ਸਬਕ ਸਿਖਾਉਣਾ ਹੈ, ਇਹਨਾਂ ਦੀ ਨਸਲਕੁਸ਼ੀ ਕਰਨੀ ਹੈ, ਉਹ ਕੀਤੀ ਉਹਨਾਂ ਨੇ ਤੇ ਬਹਾਨਾ ਸਮਝਣਾ ਸੁਣਾ ਲਾਇਆ। ਨੇ 6 ਜੂਨ 1984 ਤੋਂ ਲੈ ਕੇ ਇਹ ਗੱਲ ਹਮੇਸ਼ਾ ਕਹੀ ਹੈ ਕਿ ਸੰਤਾਂ ਦੀ ਸ਼ਹਾਦਤ ਨੂੰ ਦਾਸ ਨੇ ਅੱਖੀਂ ਵੇਖਿਆ, ਤੇ ਮੈਂ ਉਸ ਗੱਲ ਤੇ ਬਜੇਦਾ ਕਿ ਮੈਂ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਸੰਤ ਚੜ੍ਹਦੀ ਕਲਾ ਵਿੱਚ ਨੇ। ਭਾਵੇਂ ਮੇਰੇ ਨਾਲ ਕਈ ਸਿੰਘਾਂ ਨੇ ਰੋਸਾ ਵੀ ਕੀਤਾ। ਸੰਤਾਂ ਦੀ ਸ਼ਹਾਦਤ ਨੂੰ ਤੁਸੀਂ ਕਹਿ ਰਹੇ ਹੋ ਕਿ ਅੱਖੀਂ ਦੇਖਿਆ, ਸੰਤਾਂ ਕੋਲ ਉਦੋਂ ਹਥਿਆਰ ਕਿਹੋ ਜਿਹੇ ਸੀ? ਵਿਵੇਕ ਸਿੰਘ ਜੀ ਵੀ ਮੇਨ ਰਹੇ ਨੇ, ਤੇ KS ਬਰਾੜ ਦੀ ਇੱਕ ਕਿਤਾਬ ਵੀ ਲਿਖੀ ਹੋਈ ਹੈ ਜਿਹੜੇ ਹਮਲੇ ਦੇ ਵਿੱਚ ਸੀ ਫੌਜੀ ਸੀ, ਤੇ ਉਹਨਾਂ ਵੱਲੋਂ ਵੀ ਉਹਨਾਂ ਦੀ ਬਿਉਂਤਬੰਦੀ ਤਾਰੀਫ ਕੀਤੀ ਗਈ ਹੈ ਕਿ ਇਦਾਂ ਦੀਆਂ ਗੋਲੀਆਂ ਸੀ ਨੀਚੋਂ ਧਰਤੀ ਦੇ ਵਿੱਚੋਂ ਆਉਂਦੀਆਂ ਸੀ। ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸੋ, ਕਿੱਦਾਂ ਸ਼ਹਾਦਤ ਹੋਈ? ਤੇ ਮੇਰੇ ਕੋਲ ਮਤਲਬ ਕਿ ਇਹੋ ਜਿਹੇ ਯੋਧੇ ਹੁਣ ਤਾਂ ਮੈਂ 2 ਘੰਟਿਆਂ ਵਿੱਚ ਕਿਸੇ ਕੰਟਰੀ ਨੂੰ ਫਤਿਹ ਕਰਨਾ ਹੋਵੇ, ਪਾਕਿਸਤਾਨ ਨੂੰ ਫਤਿਹ ਕਰਨਾ 2 ਘੰਟੇ ਲਾਊਂਗਾ। ਜਨਰਲ ਸਾਹਿਬ ਨੇ 2 ਗੱਲਾਂ ਮਹਾਂਪੁਰਖਾਂ ਨਾਲ ਕੀਤੀਆਂ ਨੇ, ਸੰਤੋ ਮਹਾਂਪੁਰਸ਼ੋ ਮੈਂ ਤੁਹਾਡਾ ਵਚਨ ਪੂਰਾ ਕਰ ਆਇਆ ਹਾਂ ਤੇ ਮੈਂ ਹਥਿਆਰ ਵੀ ਛੱਡ ਕੇ ਨਹੀਂ ਆਇਆ। ਸੰਤ ਕਹਿੰਦੇ ਜਨਰਲ ਸਾਹਿਬ ਸਮਾਂ ਅੱਗੇ ਪਿੱਛੇ ਹੋ ਸਕਦਾ, ਤੁਹਾਡੇ ਮਗਰੇ ਆਏ। ਕਿਤੋਂ ਸੁਣਨ 'ਚ ਇਹ ਵੀ ਆਉਂਦਾ ਕਿ ਉੱਥੇ ਬੱਚੇ ਬਜ਼ੁਰਗ ਮਾਤਾਵਾਂ ਹੈਗੀਆਂ ਸੀ, ਉੱਥੇ ਪੁਲਿਸ ਨੇ ਉਹ ਗੈਸ ਦਾ ਆਰਮੀ ਨੇ ਫੌਜ ਨੇ ਉਹਦਾ ਗੈਸ ਦਾ ਪ੍ਰਯੋਗ ਕੀਤਾ, ਜਿਹੜੀ ਵੱਡੇ ਵੱਡੇ ਹਮਲਿਆਂ 'ਚ ਵੀ ਨਹੀਂ ਆਪਾਂ ਪ੍ਰਯੋਗ ਕਰਦੇ। ਇਹ ਗੱਲ ਸੱਚਾਈ ਹੈ? ਜਦੋਂ ਤੁਸੀਂ ਬਾਹਰ ਆ ਗਏ ਸੀ ਜੀ, ਬਾਹਰ ਹਰੇਕ ਸਿੰਘ ਨੂੰ ਤਾਂ ਉਹ ਜਾਣਦੇ ਵੀ ਨਹੀਂ ਹੁੰਦੇ, ਜਦੋਂ ਜਿਹੜੇ ਆਰਮੀ ਫੌਜ ਅਫਸਰ ਸੀ, ਤੁਹਾਡੀ ਪਛਾਣ ਉਦੋਂ ਕਿਹਨਾਂ ਨੇ ਕੀਤੀ ਸੀ ਕਿ ਇਹ ਫਲਾਣੇ ਸਿੰਘ ਨੇ? ਸਕਰੀਨਿੰਗ ਕੀਤਾ ਸਾਰਾ ਜੀ, ਉਹ 250-300 ਦੇ ਵਿੱਚੋਂ ਮੈਨੂੰ ਇਕੱਲੇ ਨੂੰ ਬਾਹਰ ਕੱਢਿਆ ਗਿਆ। ਕਾਰ ਨੂੰ ਜਾਂ CID ਨੂੰ ਜਾਂ ਉੱਥੋਂ ਦੇ ਉਸ ਵੇਲੇ ਏਜੰਸੀਆਂ ਨੂੰ ਇਹ ਸੀ ਵੀ ਇਹ ਮੇਨ ਬੰਦਾ ਸੀ। ਜਿਹੜਾ ਉਹਨਾਂ ਦਾ ਕੋਈ ਇਹ ਵੀ ਸੁਣਨਾ ਚਾਹਿਆ ਕਿ ਜਿਹੜਾ ਉੱਥੋਂ ਤੁਹਾਨੂੰ ਲਿਜਾਣ ਦਾ ਸਾਧਨ ਸੀ, ਉਹ ਕਿੱਦਾਂ ਦਾ ਸੀ, ਕਿੱਦਾਂ ਦਾ ਬਿਹੇਵ ਸੀ ਉਹਨਾਂ ਦਾ ਲਿਜਾਣ ਦਾ? ਬਹੁਤ ਮਾੜਾ ਸੀਗਾ ਬਿਹੇਵ। 24 ਘੰਟੇ ਉੱਥੇ ਹੀ ਤੁਸੀਂ ਰਹਿਣਾ, ਉਹਦੇ ਵਿੱਚ ਹੀ ਥੋੜੀ ਟੋਇਲਟ ਬਣੀ ਹੈ ਤੇ 10 ਕਿਲੋ 8 ਕਿਲੋ 8-10 ਕਿਲੋ ਪਾਣੀ ਉਹਨਾਂ ਨੇ ਦੇਣਾ, ਜਿਹੜਾ 24 ਘੰਟਿਆਂ ਬਾਅਦ ਜਾਂ ਉਦੋਂ ਵੱਧ ਵੀ ਸਮਾਂ ਲੱਗ ਜਾਂਦਾ ਸੀਗਾ। ਉਹ ਚਾਹੇ ਪੀ ਲਓ, ਚਾਹੇ ਤੁਸੀਂ ਆਪਣੇ ਜਿਹੜੇ ਤੁਹਾਨੂੰ ਭਾਂਡੇ ਦਿੱਤੇ ਨੇ ਕੱਪ ਪਲੇਟ ਉਹਨਾਂ ਨੂੰ ਸਾਫ਼ ਕਰ ਲਓ, ਭਾਵੇਂ ਤੁਸੀਂ ਆਪਣੀ ਟੋਇਲਟ ਨੂੰ ਸਾਫ਼ ਕਰ ਲਓ, ਬਸ ਉਦੋਂ ਬਾਅਦ ਪਾਣੀ ਨਹੀਂ ਦੇਣਾ। ਬਹੁਤ ਜਿਹੜੀ ਚੱਕੀ ਵਿੱਚ ਰੱਖਿਆ ਗਿਆ ਸੀਗਾ ਉਹਨੂੰ ਫਾਂਸੀ ਚੱਕੀਆਂ ਕਹਿੰਦੇ ਸੀਗੇ। ਤੇ ਨਾਲ ਹਦਾਇਤ ਕੀਤੀ, ਕਹਿੰਦਾ ਸਾਡੇ ਕੋਲੇ ਇਹੋ ਜਿਹੇ 52 ਮਤਲਬ ਕਿ ਸਾਡੇ ਕੋਲੇ ਇਹ ਐਸੇ ਮਤਲਬ ਕਿ ਜ਼ੁਲਮ ਕਰਨ ਦੇ ਤਸ਼ੱਦਦ ਕਰਨ ਦਾ ਢੰਗ ਹੈ, ਨਾ ਅਸੀਂ ਮਰਨ ਦੇਵਾਂਗੇ ਨਾ ਅਸੀਂ ਜਿਉਣ ਦੇਵਾਂਗੇ। ਜੀ ਜਦੋਂ ਤੁਸੀਂ 99 ਦੇ ਵਿੱਚ ਬਾਹਰ ਆ ਗਏ ਸੀ, ਉਦੋਂ ਬਾਅਦ ਜਿਹੜਾ 99 90 92 93 ਤੱਕ ਜਿਹੜੇ ਨੌਜਵਾਨ ਸੀ, ਉਦੋਂ ਇੱਕ ਲਹਿਰ ਉੱਠੀ ਹੋਈ ਸੀ, ਉਹ ਰੋਸ ਸੀ, ਜਿਹੜੇ ਨੌਜਵਾਨ ਬਾਗੀ ਹੋ ਗਏ ਸੀ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਚੱਲਦੇ ਹੁੰਦੇ ਸੀ, ਤੇ ਉਦੋਂ ਤੁਹਾਡੇ ਮਨ ਦੇ ਵਿੱਚ ਕੀ? ਬਾਬਾ ਜੀ ਜੇ ਦੇਖੀਏ ਹੁਣ ਵੀ ਜਦੋਂ ਕਦੇ ਦਰਬਾਰ ਸਾਹਿਬ ਜਾਂਦੇ ਹੋ, ਪਿਛਲੇ ਦਿਨ ਅਸੀਂ ਵੀ ਜਾ ਕੇ ਆਏ ਹਾਂ, ਤੇ ਕੋਈ ਜਿਹੜਾ ਉਦੋਂ ਦੀਆਂ ਨਿਸ਼ਾਨੀਆਂ ਨਹੀਂ ਹੁਣ ਤੱਕ ਉੱਥੇ ਹੈਗੇ, ਉਹ ਜਾਣ ਕੇ ਮਿਟਾ ਦਿੱਤੀਆਂ ਗਈਆਂ ਨੇ। ਉਹ ਕੀ ਕਾਰਨ ਹੈ? ਜਾਂ ਤੁਸੀਂ ਜਦੋਂ ਉੱਥੇ ਜਾਂਦੇ ਹੋ ਉਦੋਂ ਮਨ 'ਚ ਕੀ ਚੱਲਦਾ? ਅੱਜ ਦੇ ਹਾਲਾਤਾਂ ਨੂੰ ਲੈ ਕੇ ਅੱਜ ਵੀ ਕੌਮ ਦੇ ਵਿੱਚ ਜਿੱਦਾਂ ਪਹਿਲਾਂ ਸੀ ਉਹੀ ਵੰਡੀਆਂ ਅੱਜ ਨੇ, ਕੋਈ ਆਪਣਾ ਅੱਡ ਪਰੰਪਰਾ ਹੈ, ਕੋਈ ਕਿਸੇ ਪਾਸੋਂ ਹੈ। ਅੱਜ ਤੁਹਾਡੀ ਨਿਗਾਹ ਦੇ ਵਿੱਚ ਅੱਜ ਕੌਮ ਕੋਲੇ ਕੋਈ ਪ੍ਰਚਾਰਕ ਹੈਗਾ ਜਿਹੜਾ ਇੱਕ ਲੜੀ 'ਚ ਪਰੋਸ? ਬਾਬਾ ਜੀ, ਇੱਕ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਹੋ ਗਈ ਸੀ ਜੀ, ਪਰ ਇਹ ਗੱਲ ਕਿਉਂ ਫੈਲਾਈ ਗਈ ਕਿ ਸੰਤ ਜਿੰਦਾ ਨੇ, ਉਹਨਾਂ ਦਾ ਹਜੇ ਪੱਕਾ ਨਹੀਂ ਪਤਾ? ਆਮ ਲੋਕਾਂ ਦੇ ਵਿੱਚ ਇਹ ਗੱਲ ਕਿਉਂ ਪ੍ਰਚਾਰੀ ਗਈ? ਦੇਖੋ ਇਹ ਤਾਂ ਜਿਹੜੇ ਪ੍ਰਚਾਰਨ ਵਾਲੇ ਨੇ ਜ਼ਿਆਦਾ ਤਾਂ ਉਹੀ ਦੱਸ ਸਕਦੇ ਨੇ ਵੀ ਕਿਉਂ ਪ੍ਰਚਾਰੀ ਗਈ, ਪਰ ਸਾਨੂੰ ਜੋ ਕੁਝ ਪਤਾ ਲੱਗਿਆ ਮਤਲਬ ਕਿ ਸੋਰਸਾਂ ਤੋਂ ਵੀ ਸਰਕਾਰ ਦੀ ਇੱਕ ਚਾਲ ਸੀ ਜੀ ਵੀ ਸੰਤ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਨੂੰ ਲੋਕਾਂ ਦੇ ਸਾਹਮਣੇ ਨਾ ਰੱਖਿਆ ਜਾਵੇ। ਭਾਵੇਂ ਉਹਨਾਂ ਨੇ ਆਪਣੇ ਤੌਰ ਤੇ ਉਹਨਾਂ ਨੇ ਵਾਈਟ ਪੇਪਰ ਦੇ ਵਿੱਚ ਕਹਿ ਦਿੱਤਾ ਸੀਗਾ, ਖਬਰਾਂ ਵਿੱਚ ਵੀ ਕਹਿ ਦਿੱਤਾ ਸੀ ਵੀ ਸੰਤ ਜਰਨੈਲ ਸਿੰਘ ਉਹਨਾਂ ਦੀ ਮਤਲਬ ਕਿ ਮੌਤ ਹੋ ਚੁੱਕੀ ਹੈ,
ਤੇ ਸਰਕਾਰ ਨੇ ਆਪਣੇ ਵੱਲੋਂ ਕਹਿ ਦਿੱਤਾ, ਪਰ ਨਾਲ ਨਾਲ ਉਹਨਾਂ ਨੇ ਏਜੰਸੀਆਂ ਰਾਹੀਂ ਇਹ ਵੀ ਗੱਲ ਫੈਲਾਉਣੀ ਸ਼ੁਰੂ ਕਰ ਦਿੱਤੀ ਵੀ ਸੰਤ ਉੱਥੇ ਦੇਖੇ, ਸੰਤਾਂ ਨਾਲ ਫਲਾਣੇ ਨੇ ਗੱਲ ਕੀਤੀ, ਸੰਤਾਂ ਨਾਲ ਗੱਲਬਾਤ ਹੋਈ ਜੀ, ਸੰਤ ਚੜ੍ਹਦੀ ਕਲਾ ਵਿੱਚ ਨੇ ਜੀ। ਇਹ ਇੱਕ ਕਿਸਮ ਦਾ ਸ਼ੋਸ਼ਾ ਵੀ ਨਾਲ ਛੱਡਿਆ ਗਿਆ, ਕਿਉਂਕਿ ਸਰਕਾਰਾਂ ਦੇ ਕਈ ਪ੍ਰਕਾਰ ਦੇ ਹੱਥ ਹੁੰਦੇ ਨੇ ਜੀ ਤੇ ਏਜੰਸੀ ਨੇ ਉਹ ਚੱਲਦੀ ਹੈ। ਸੋ ਉਹਦੇ ਵਿੱਚ ਜਿਹੜੇ ਜ਼ਿੰਮੇਵਾਰ ਸੀ ਟਕਸਾਲ ਦੇ, ਮਤਲਬ ਕਿ ਜਾਂ ਇਸ ਸੰਘਰਸ਼ ਦੇ, ਇਹ ਜਵਾਬ ਉਹੀ ਦੇ ਸਕਦੇ ਨੇ ਵੀ ਉਹਨਾਂ ਨੇ ਕਿਉਂ ਇਹ ਗੱਲ ਕਹੀ ਵੀ ਸੰਤਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਨੇ ਸੰਤ ਦੀ ਸ਼ਹਾਦਤ ਨੂੰ ਡਿਕਲੇਅਰ ਕਿਉਂ ਨਹੀਂ ਕੀਤਾ। ਬਾਕੀ ਦਾਸ ਨੇ 6 ਜੂਨ 1984 ਤੋਂ ਲੈ ਕੇ ਇਹ ਗੱਲ ਹਮੇਸ਼ਾ ਕਹੀ ਹੈ ਕਿ ਸੰਤਾਂ ਦੀ ਸ਼ਹਾਦਤ ਨੂੰ ਦਾਸ ਨੇ ਅੱਖੀਂ ਵੇਖਿਆ, ਤੇ ਮੈਂ ਉਸ ਗੱਲ ਤੇ ਬਜੇਦਾਂ ਕਿ ਮੈਂ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਸੰਤ ਚੜ੍ਹਦੀ ਕਲਾ ਵਿੱਚ ਨੇ। ਭਾਵੇਂ ਮੇਰੇ ਨਾਲ ਕਈ ਸਿੰਘਾਂ ਨੇ ਰੋਸਾ ਵੀ ਕੀਤਾ, ਕੋਈ ਆਪਣਾ ਰੰਜਸ ਵੀ ਕੀਤਾ ਵੀ ਤੂੰ ਇਹ ਗੱਲ ਚੰਗੀ ਨਹੀਂ ਤੇਰੇ ਵਾਸਤੇ, ਕਿ ਮੈਂ ਕਿਹਾ ਵੀ ਨਹੀਂ, ਜੋ ਮੈਂ ਵੇਖਿਆ ਮਤਲਬ ਕਿ ਉਹੀ ਮੈਂ ਬੇਨਤੀ ਜੋ ਸਿੰਘ ਮੈਨੂੰ ਕੁਐਸਚਨ ਕਰਦੇ ਨੇ, ਪੁੱਛਦੇ ਨੇ, ਮੈਂ ਉਹ ਕਹਿਣਾ ਵੀ ਸੰਤ ਸ਼ਹਾਦਤ ਦਾ ਜਾਮ ਪੀ ਗਏ। ਹਾਂ, ਜਿਹੜੇ ਕਹਿੰਦੇ ਨੇ ਚੜ੍ਹਦੀ ਕਲਾ ਵਿੱਚ ਨੇ ਜਾਂ ਮਤਲਬ ਕਿ ਉਹਨਾਂ ਦੀ ਸ਼ਹਾਦਤ ਨੂੰ ਨਹੀਂ ਮੰਨਦੇ, ਇਹ ਉਹੀ ਦੱਸ ਸਕਦੇ ਨੇ, ਉਹੀ ਤੁਹਾਨੂੰ ਸੁਝਾਅ ਦੇ ਸਕਦੇ ਨੇ ਵੀ ਕਿਉਂ ਨਹੀਂ ਮੰਨਦੇ ਹੋ, ਇਹ ਉਹ ਦੱਸ ਸਕਦੇ ਨੇ। ਜਦੋਂ ਸੰਤਾਂ ਦੀ ਸ਼ਹਾਦਤ ਨੂੰ ਤੁਸੀਂ ਕਹਿ ਰਹੇ ਹੋ ਕਿ ਅੱਖੀਂ ਦੇਖਿਆ, ਸੰਤਾਂ ਕੋਲ ਉਦੋਂ ਹਥਿਆਰ ਕਿਹੋ ਜਿਹੇ ਸੀ ਜਦੋਂ ਮੁਕਾਬਲਾ ਕਰ ਰਹੇ ਸੀ? ਵੈਸੇ ਮੁਕਾਬਲਾ ਸੰਤ ਜਿਹੜੇ ਉਹਨਾਂ ਜਦੋਂ ਮੁਕਾਬਲਾ ਕੀਤਾ, ਉਹਨਾਂ ਨੇ ਕਮਰ ਕਸਾ ਲਾਇਆ ਜੀ, ਉਹਨਾਂ ਨੇ 2 ਮੈਗਜ਼ੀਨ ਗਨ ਦੇ, ਜਿਹੜੀ ਥੋਮਸ ਗਨ ਸੀਗੀ ਜੀ, ਮਤਲਬ ਕਿ ਕੋਈ ਉਹਨੂੰ AK-47 ਕਹਿੰਦਾ, ਕੋਈ ਪਰ ਉਹ ਥੋਮਸ ਗਨ ਸੀ ਉਹ। ਉਹਨਾਂ ਨੇ ਦੋਨੇ ਕਮਰ ਕਸੇ ਵਿੱਚ ਆਪਣੇ ਦੋਨੇ ਮੈਗਜ਼ੀਨ ਟੰਗੇ ਨੇ, ਇੱਕ ਮੈਗਜ਼ੀਨ ਨਾਲ ਲੱਗਿਆ। ਜਿਹੜਾ ਸੰਤਾਂ ਦੇ ਗਾਤਰੇ ਰਿਵਾਲਵਰ ਹੁੰਦਾ ਜੀ, ਉਹ ਉਸੇ ਤਰ੍ਹਾਂ ਰਿਵਾਲਵਰ ਉਹਨੇ ਪਾਇਆ ਸੀ। ਵੱਡੀ ਸ੍ਰੀ ਸਾਹਿਬ ਤੇ ਤੀਰ ਜਿਹੜਾ ਸੀਗਾ ਉਹ ਸ਼ਸਤਰਾਂ ਵਾਲੀ ਪਾਲਕੀ ਵਿੱਚ ਰੱਖ ਦਿੱਤਾ ਸੀ ਸ਼ਸਤਰ, ਕਿਉਂਕਿ ਜੇਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜੇਤੇ ਅਸਤਰ ਭੈਯੰ ਨਮਸਕਾਰ ਤੇਯੰ। ਇਹ ਸ਼ਸਤਰ ਨੇ, ਸ਼ਸਤਰਾਂ ਦੀ ਪੂਜਾ ਗੁਰੂ ਕੇ ਖਾਲਸੇ ਨੇ ਕੀਤੀ ਹੈ, ਗੁਰੂ ਸਾਹਿਬ ਨੇ ਆਪ ਕੀਤੀ ਹੈ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਤੀਰ, ਸਾਹਿਬ ਸਰੋਈ ਸੈਥੀ ਜਹ ਹਮਾਰੇ ਪੀਰ। ਪੀਰਾਂ ਦਰਜਾ ਦਿੱਤਾ ਮਹਾਰਾਜ ਮਹਾਂਪੁਰਖਾਂ ਨੇ ਸ਼੍ਰੀ ਸਾਹਿਬ ਤੇ ਤੀਰ ਨੂੰ ਸ਼ਸਤਰਾਂ ਵਿੱਚ ਰੱਖਿਆ। ਤੇ ਜਿਹੜਾ ਆਪਣਾ ਗਾਤਰੇ ਰਿਵਾਲਵਰ ਸੀ, ਛੋਟੀ ਸ਼੍ਰੀ ਸਾਹਿਬ ਸੀ ਗਾਤਰੇ ਪਾਈ ਹੋਈ, ਉਹ ਇਸੇ ਤਰ੍ਹਾਂ ਸੀ ਕਮਰ ਕਸਾ ਲਾ ਕੇ 2 ਮੈਗਜ਼ੀਨ ਕਮਰ ਕਸੇ ਟੰਗ ਕੇ 1 ਮੈਗਜ਼ੀਨ ਲਾ ਕੇ ਉਹ ਆਪਣਾ ਸਾਹਮਣੇ ਫੌਜ ਦੇ ਨਾਲ ਮੁਕਾਬਲਾ ਉਹਨਾਂ ਨੇ ਕੀਤਾ ਕਰਨ ਦੇ ਨਾਲ। ਜਦੋਂ ਸ਼ਹਾਦਤ ਦਾ ਪਤਾ ਲੱਗ ਗਿਆ ਸੀ, ਜਿਹੜੇ ਸਿੰਘ ਸੀ ਉੱਥੇ, ਉਹਨਾਂ ਦਾ ਕੋਈ ਹੌਸਲਾ, ਕੋਈ ਵਰਤਾਓ ਉਹਨਾਂ ਦਾ ਕਿਹਾ ਸੀ, ਕੋਈ ਟੁੱਟੇ ਸੀ ਵੀ ਯਾਰ ਸਾਡੇ ਮੇਨ ਆਗੂ ਗਏ? ਬਿਲਕੁਲ ਨਹੀਂ, ਕਿਸੇ ਦਾ ਵੀ ਸਿੰਘਾਂ ਦਾ ਹੌਸਲਾ, ਸੰਤਾਂ ਨੇ ਕਈ ਵਾਰੀ ਸਿੰਘਾਂ ਨੂੰ ਕਿਹਾ ਵੀ ਸੀ ਵੀ ਚਲੇ ਜਾਓ, ਪਰ ਲੇਕਿਨ ਕਿਸੇ ਸਿੰਘ ਦਾ ਹੌਸਲਾ ਪਸਤ ਨਹੀਂ ਹੋਇਆ। ਸਾਰੇ ਚੜ੍ਹਦੀ ਕਲਾ ਵਿੱਚ ਉਸ ਸਮੇਂ ਦੀ ਸਰਕਾਰ ਦੇ ਨਾਲ ਜਿਹੜੀ ਫੌਜ ਚੜ੍ਹ ਕੇ ਆਈ ਸੀ ਉਹਦੇ ਨਾਲ ਜੂਝ ਰਹੇ ਸੀਗੇ। ਤੇ ਜਿਹੜੇ ਸਿੰਘ ਨੇੜੇ ਸੀ ਸੰਤਾਂ ਦੇ, ਉਹ ਤਕਰੀਬਨ ਸਾਰੇ ਸ਼ਹਾਦਤ ਜਾਮ ਪੀ ਗਏ। ਉੱਥੇ ਭਾਈ ਪ੍ਰੀਤਮ ਸਿੰਘ ਸੀਗਾ, ਭਾਈ ਸ਼ਤਾਨ ਸੀਗਾ, ਇਸੇ ਤਰ੍ਹਾਂ ਭਾਈ ਗੁਰਦਿਆਲ ਸਿੰਘ ਸੀ, ਕਈ ਸਿੰਘ ਜਿਹੜੇ ਸੀਗੇ, ਭਾਈ ਅਮਰੀਕ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਰਾਮ ਸਿੰਘ, ਇਹ ਸਾਰੇ ਸਿੰਘ ਜਿਹੜੇ ਸੀ, ਜਿਹੜੇ ਨਾਲ ਸੰਤਾਂ ਦੇ ਸਾਰੇ ਸ਼ਹੀਦ। ਜਿਹੜੇ ਸੰਤ ਸਿੰਘ ਪਿੱਛੇ ਸੀਗੇ, ਜਿਹੜੇ ਅੱਗੇ ਨਹੀਂ ਸੀ ਆ ਸਕਦੇ, ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਲਾਭ ਸਿੰਘ, ਭਾਈ ਅਲੋਕ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਤੇ ਇਉਂ ਕੁਛ ਜਿਹੜੇ ਦਾਸ, ਕਈ ਸਿੰਘ ਜਿਹੜੇ ਸੀਗੇ ਪਿੱਛੇ ਸੀ, ਉਹ ਅੱਗੇ ਨਹੀਂ ਸੀ ਆ ਸਕਦੇ, ਤੇ ਉਹ ਸਿੰਘ ਫਿਰ ਸਾਈਡ ਤੇ ਹੋ ਕੇ ਨਿਕਲੇ ਨਹੀਂ ਸਾਰੇ। ਤੋ ਤੁਹਾਡਾ ਨਹੀਂ ਮਨ ਕਰਿਆ ਵੀ ਮੇਰੇ ਹੱਥ 'ਚ ਵੀ AK-47 ਹੋਏ, ਮੈਂ ਵੀ ਹਮਲਾ ਕਰਾਂ? ਇਹ ਤਾਂ ਸਮੇਂ ਦੇ ਸਾਡੀ ਜਿਹੜੀ ਡਿਊਟੀ ਸੀ ਮਹਾਂਪੁਰਖਾਂ ਕੋਲੇ, ਚਲੋ ਜਦੋਂ 4 ਤਰੀਕ ਨੂੰ ਹਮਲਾ ਹੋਇਆ ਹੈ, ਹਮਲਾ ਹੋਣ ਤੋਂ ਬਾਅਦ ਮੈਂ ਸਿੰਘਾਂ ਦੇ ਕੋਲੇ ਸੇਵਾ 'ਚ ਹਾਜ਼ਰ ਸੀਗਾ। ਤੇ ਸੰਤਾਂ ਨੂੰ ਕਿਸੇ ਸਿੰਘ ਨੇ ਕਿਹਾ ਵੀ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਜੀ, ਤਾਂ ਉਸ ਵੇਲੇ ਸੰਤਾਂ ਨੇ ਕਿਹਾ ਵੀ ਕਿੱਥੇ ਨੇ ਰਾਗੀ ਸਿੰਘ? ਤੇ ਭਾਈ ਗੁਰਸ਼ਨ ਸਿੰਘ ਤੇ ਠਾਕਰ ਸਿੰਘ ਕੋਲ ਹੀ ਬੈਠੇ ਸੀ। ਉਹਨਾਂ ਨੇ ਕਿਹਾ ਮਹਾਰਾਜ ਤਾਂ ਹੋਏ ਤੇ ਕਹਿੰਦੇ ਮੁਖੀ ਕਿੱਥੇ ਆ? ਉਹ ਫਿਰ ਗੁਰੂ ਕਹਿੰਦੇ ਉੱਤੇ ਹੋਣਾ ਜੀ। ਉਹ ਮੇਰੇ ਕੋਲੇ ਜਦੋਂ ਸੇਵਾ 'ਚ ਮੈਂ ਲੱਗਿਆ ਸਿੰਘਾਂ ਦੇ ਨਾਲ, ਤੇ ਮੈਨੂੰ ਕਹਿਣ ਲੱਗੇ ਵੀ ਤੈਨੂੰ ਸੰਤ ਸਾਦੇ ਨੇ। ਮੈਂ ਉਸੇ ਤਰ੍ਹਾਂ ਮਹਾਂਪੁਰਖਾਂ ਕੋਲੇ ਆਇਆ ਥੱਲੇ ਭੋਰੇ ਦੇ ਵਿੱਚ, ਜਿਹਦੇ ਸੰਤ ਸਾਨੂੰ ਕਹਿਣ ਲੱਗੇ ਸਿੰਘੋ ਤੁਹਾਡੀ ਡਿਊਟੀ ਨਹੀਂ, ਤੁਹਾਡੀ ਡਿਊਟੀ ਹੈ ਗੁਰੂ ਕੇ ਸ਼ਬਦ ਦੀ ਕੀਰਤਨ ਦੀ। ਜਾਓ, ਜਿੰਨਾ ਚਿਰ ਤੁਹਾਡੇ 'ਚ ਸਵਾਸ ਨੇ ਜੀ, ਜਿੰਨਾ ਚਿਰ ਮਰਜ਼ਾਦਾ ਨਿਭ ਸਕਦੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ, ਉਹ ਨਿਭਾਓ ਜਾ ਕੇ। ਸ਼੍ਰੀ ਆਸਾ ਦੀ ਵਾਰ ਦਾ ਕੀਰਤਨ ਅਸੀਂ ਕਹੀ ਮਹਾਂਪੁਰਖੋਂ ਬਾਹਰ ਤਾਂ ਗੋਲੀ ਬਹੁਤ ਚੱਲ ਰਹੀ ਹੈ। ਕਹਿਣ ਲੱਗੇ ਅੰਦਰ ਬਹਿ ਕੇ ਦਰਬਾਰ ਅਕਾਲ ਤਖ਼ਤ ਸਾਹਿਬ ਦੇ ਗੁਰੂ ਸਾਹਿਬ ਦੇ ਕੋਲੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਮੇਰੇ ਕੋਲ ਤੁਸੀਂ ਆ ਜਾਣਾ ਹੈ। ਅਸੀਂ ਉਹਨਾਂ ਮਹਾਂਪੁਰਖਾਂ ਦਾ ਬਚਨ ਮੰਨ ਕੇ ਉਸੇ ਤਰ੍ਹਾਂ ਕੀਤਾ। ਸਾਡੀ ਡਿਊਟੀ ਜਿਹੜੀ ਸੀ ਉਹ ਗੁਰੂ ਕੇ ਸ਼ਬਦ ਦੇ ਕੀਰਤਨ ਦੀ ਸੀ, ਉਹ ਕੀਤੀ ਤੇ ਕਰ ਰਹੇ ਹਾਂ ਜੀ। ਬਾਬਾ ਜੀ, ਇੱਕ ਜਰਨਲ ਸੁਵੇਗ ਸਿੰਘ ਵੀ ਮੇਨ ਰਹੇ ਨੇ, ਤੇ KS ਬਰਾੜ ਦੀ ਇੱਕ ਕਿਤਾਬ ਵੀ ਲਿਖੀ ਹੋਈ ਹੈ, ਜਿਹੜੇ
ਇਹ ਜਿਹੜੇ ਹਮਲੇ ਦੇ ਵਿੱਚ ਸੀ ਫੌਜੀ ਸੀ ਤੇ ਉਹਨਾਂ ਵੱਲੋਂ ਵੀ ਉਹਨਾਂ ਦੀ ਬਿਉਂਤਬੰਦੀ ਦੀ ਤਾਰੀਫ ਕੀਤੀ ਗਈ ਹੈ ਕਿ ਇਦਾਂ ਦੀਆਂ ਗੋਲੀਆਂ ਸੀ ਨੀਚੋਂ ਧਰਤੀ ਦੇ ਵਿੱਚੋਂ ਆਉਂਦੀਆਂ ਸੀ। ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸੋ, ਕਿੱਦਾਂ ਸ਼ਹਾਦਤ ਹੋਈ ਤੇ ਉਸ ਤੋਂ ਬਾਅਦ ਸੰਤਾਂ ਤੋਂ ਪਹਿਲਾਂ ਹੋਈ ਜਾਂ ਪਿੱਛੋਂ ਹੋਈ, ਕਿੱਦਾਂ ਦਾ ਵਰਤਾਓ ਸੀ, ਸੰਤਾਂ ਦਾ ਜਿਹੜਾ ਨਜ਼ਰੀਆ ਸੀ ਉਦੋਂ ਕਿੱਦਾਂ ਦਾ ਸੀ? ਸੁਖਬੀਰ ਸਿੰਘ ਜੀ, ਇਹ ਪੁਰਾਤਨ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਜੀ। ਦੇਖੋ, ਕਾਫੀ ਖਾਂ ਹੋਇਆ ਇੱਕ ਲਿਖਾਰੀ ਜਿਹੜਾ ਮੁਸਲਮਾਨ ਦਾ ਰਹਿਣ ਵਾਲਾ ਜੀ, ਉਹਨੇ ਸਿੰਘਾਂ ਦਾ ਇਤਿਹਾਸ ਲਿਖਿਆ। ਉਹ ਸਿੰਘਾਂ ਨੂੰ ਸੱਗ ਕਹਿੰਦਾ। ਸੱਗ ਜਾਨੀ ਫਾਰਸੀ ਦਾ ਇੱਕ ਲਫ਼ਜ਼ ਹੈ, ਉਹ ਉਹਦੇ ਵਿੱਚ ਉਹ ਕਹਿੰਦਾ ਵੀ ਕੁੱਤਾ ਸ਼ਬਦ ਵਰਤਦਾ ਉਹ ਜੀ, ਪਰ ਲੇਕਿਨ ਉਹ ਨਾਲ ਤਾਰੀਫ ਵੀ ਲਿਖਦਾ ਜੀ। ਉਹ ਕਹਿੰਦਾ ਵੀ ਏਡੀ ਵੱਡੀ ਤਾਰੀਫ, ਇੰਨੇ ਯੋਧੇ, ਇੰਨੇ ਉੱਚੇ ਆਚਰਣ ਦੇ, ਇੰਨੇ ਅਖਲਾਕੀ ਕੋਈ ਕੌਮ ਨਹੀਂ ਹੋ ਸਕਦੀ। ਇਸੇ ਤਰ੍ਹਾਂ ਕੁਲਦੀਪ ਬਰਾੜ ਜਿਹੜਾ ਸੀਗਾ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਭਾਵੇਂ ਉਹ ਵੀ ਮਤਲਬ ਕਿ ਉਸੇ ਨਗਰ ਦੇ ਨਾਲ ਹੀ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਮਤਲਬ ਕਿ ਸੀ, ਉਹ ਵੀ ਬਰਾੜ ਸੀ ਤੇ ਇਹ ਵੀ ਬਰਾੜ ਸੀਗਾ ਮਤਲਬ ਕੁਲਦੀਪ ਸਿੰਘ। ਪਰ ਲੇਕਿਨ ਜਿੱਥੇ ਨੇ ਹਮਲਾ ਕੀਤਾ, ਜਿੱਥੇ ਨੇ ਸਰਕਾਰ ਦਾ ਹੁਕਮ ਬਜਾਇਆ, ਉੱਥੇ ਉਹਨੇ ਕਿਤਾਬ ਵਿੱਚ ਸਿੰਘਾਂ ਦੀ ਤਾਰੀਫ ਵੀ ਕੀਤੀ ਹੈ। ਬਿਲਕੁਲ, ਉਹਨੇ ਗੱਲ ਕਹੀ ਹੈ ਵੀ ਉਸ ਜੇ ਮੇਰੇ ਕੋਲੇ ਮਤਲਬ ਕਿ ਇਹੋ ਜਿਹੇ ਯੋਧੇ ਹੋਣ ਤਾਂ ਮੈਂ 2 ਘੰਟਿਆਂ ਵਿੱਚ ਕਿਸੇ ਕੰਟਰੀ ਨੂੰ ਫਤਿਹ ਕਰਨਾ ਹੋਵੇ, ਪਾਕਿਸਤਾਨ ਨੂੰ ਫਤਿਹ ਕਰਨਾ 2 ਘੰਟੇ ਲਾਉਂਗਾ। ਬਿਲਕੁਲ। ਉਹ ਕਹਿੰਦਾ ਵੀ ਇੰਨੀ ਮਤਲਬ ਕਿ ਕਾਬਲੀਅਤ ਨਾਲ ਇਹ ਲੜਨ ਮਰਨ ਵਾਲੇ ਸੂਰੇ ਸੀਗੇ। ਉੱਥੇ ਜਨਰਲ ਸ਼ਵੇਜ ਸਿੰਘ ਦੀ ਵੀ ਤਾਰੀਫ ਕਰਦਾ ਕਿਉਂਕਿ ਉਹਨਾਂ ਦਾ ਵਿਦਿਆਰਥੀ ਵੀ ਰਿਹਾ, ਉਹਨਾਂ ਦੇ ਕੋਲੋਂ ਉਹ ਟ੍ਰੇਨਿੰਗ ਵੀ ਲੈਂਦਾ ਰਿਹਾ। ਬਿਲਕੁਲ। ਜਨਰਲ ਸ਼ਵੇਜ ਸਿੰਘ ਦੀ ਜੋ ਬਿਉਂਤਬੰਦੀ ਸੀ ਉਹਨੂੰ ਬੈਰੀ ਨੇ ਵੀ ਤਸਲੀਮ ਕੀਤਾ ਕਿ ਐਸੀ ਬਿਉਂਤਬੰਦੀ ਅਸੀਂ ਕਿਸੇ ਜੰਗ ਵਿੱਚ ਨਹੀਂ ਵੇਖੀ ਜੋ ਇੱਥੇ ਜਨਰਲ ਸ਼ਵੇਜ ਸਿੰਘ ਨੇ ਕਾਇਮ ਕੀਤੀ ਸੀ। ਉਹ ਤੁਹਾਡੇ ਸਾਹਮਣੇ ਉਹਨੇ ਆਪ ਤਾਰੀਫ ਕੀਤੀ ਇਸ ਗੱਲ। ਬਿਲਕੁਲ, ਹਾਂ। ਤੇ ਸ਼ਹਾਦਤ ਵਾਲੀ ਗੱਲ ਸੀ ਕਿ ਉਸ ਤੋਂ ਬਾਅਦ ਕਿੱਦਾਂ ਸ਼ਹਾਦਤ ਹੋਈ ਤੇ ਉਸ ਤੋਂ ਬਾਅਦ ਵਾਲਾ ਵਰਤਾਰਾ ਕਿੱਦਾਂ ਦਾ ਸੀ ਜੋ ਸੰਤਾਂ ਸਾਹਮਣੇ ਲਿਆਂਦਾ ਗਿਆ? ਜਿਹੜਾ ਵਰਤਾਰਾ ਜਨਰਲ ਸਾਹਿਬ ਦੀ ਸ਼ਹਾਦਤ ਦਾ ਹੈ ਉਹ 5 ਤੇ 6 ਦੀ ਰਾਤ ਨੂੰ ਕੋਈ 1:30 ਵਜੇ ਦੇ ਕਰੀਬ, ਜਿੱਥੇ ਸ਼੍ਰੀ ਮੁਖਵਾਕ ਲਿਖਿਆ ਜਾਂਦਾ ਸੀ, ਹੁਣ ਤਾਂ ਥੋੜਾ ਜਿਹਾ ਸਾਈਡ ਤੇ ਲਿਖਣ ਲੱਗ ਗਏ ਨੇ। ਪਹਿਲਾਂ ਬਿਲਕੁਲ ਖੂੰਜੇ 'ਚ ਜਿੱਥੇ 2 ਨਿਸ਼ਾਨ ਸਾਹਿਬ ਨੇ ਉਹਦੇ ਨਾਲ ਜਿਹੜਾ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਉੱਥੇ ਲਿਖਿਆ ਜਾਂਦਾ ਸੀ ਬੋਰਡ ਤੇ ਜੀ। ਉਹਦੇ ਨਾਲ ਕਮਰਾ ਸੀਗਾ, ਕਮਰੇ ਦੇ ਵਿੱਚ ਬਾਲਟੀਆਂ, ਝਾੜੂ ਆਦਿ ਜਿਹੜੇ ਪ੍ਰਕਰਮਾਂ ਦੀ ਸੇਵਾ ਕਰਦੀ ਸੀ ਸੰਗਤ ਉੱਥੇ ਰੱਖਿਆ ਕਰਦੀ ਸੀ। ਜਦੋਂ ਕਮਾਂਡੋ ਆਏ ਨੇ ਰਾਤ ਨੂੰ ਤਾਂ ਉਹ ਕਮਾਂਡੋ ਉੱਥੇ ਲੁਕੇ ਹੋਏ ਸੀਗੇ ਜੀ। ਤਾਂ ਜੋ ਮਤਲਬ ਕਿ ਵਰਤਾਰਾ ਵਰਤਿਆ ਤਾਂ ਉਸ ਜਦੋਂ ਜਨਰਲ ਸ਼ਵੇਜ ਸਿੰਘ ਜੀ ਸਾਰੇ ਮੋਰਚਿਆਂ ਵਿੱਚ ਆਪ ਵਿਚਰਦੇ ਸੀਗੇ, ਜਾਂਦੇ ਸੀਗੇ, ਨਿਗਰਾਨੀ ਰੱਖਦੇ ਸੀ, ਪੂਰੀ ਪੈਰਵਾਈ ਕਰਦੇ ਸੀ। ਉਹਨਾਂ ਨੇ ਬ੍ਰਸਟ ਮਾਰਿਆ ਜਨਰਲ ਸ਼ਵੇਜ ਸਿੰਘ ਦੇ। ਉਹਨਾਂ ਨੂੰ ਨਹੀਂ ਪਤਾ ਵੀ ਇਹ ਜਰਨਲ ਹੈ ਜਾਂ ਕੌਣ, ਸ਼ਵੇਜ ਸਿੰਘ ਹੈ ਜਾਂ ਕੌਣ ਹੈ। ਉਹਨਾਂ ਨੇ ਸਿੰਘ ਦੇਖਿਆ, ਉਹਨੇ ਆਖਿਆ ਵੀ ਉਹਨਾਂ ਨੇ ਜਦੋਂ ਬ੍ਰਸਟ ਵੱਜਿਆ ਫਿਰ ਉਹਨਾਂ ਨੇ ਆਵਾਜ਼ ਮਾਰੀ ਸਿੰਘ ਨੂੰ ਕਿ ਸਿੰਘੋ ਮੈਨੂੰ ਗੋਲੀ ਲੱਗ ਗਈ ਹੈ, ਮੈਨੂੰ ਲੈ ਕੇ ਜਾਵੋ ਜੀ। ਤੇ ਸ਼ਾਇਦ ਭਾਈ ਬਖਸ਼ੀ ਸਿੰਘ ਨਾਮੀ ਜਿਹੜਾ ਸਿੰਘ ਸੀਗਾ ਉਹ ਉੱਥੇ ਫੌਜੀ ਉਹ ਜਾ ਕੇ ਜਨਰਲ ਸਾਹਿਬ ਨੂੰ ਆਪਦੀ ਪਿੱਠ ਤੇ ਚੁੱਕ ਕੇ ਲੈ ਕੇ ਆਇਆ। ਅਸੀਂ ਥੱਲੇ ਭੋਰੇ ਵਿੱਚ ਮਹਾਂਪੁਰਖਾਂ ਦੇ ਕੋਲੇ ਸੀਗੇ। ਤਾਂ ਉਸ ਵੇਲੇ ਤੁਸੀਂ ਜਦੋਂ ਪਿੱਠ ਤੇ ਉਹ ਲੈ ਕੇ ਆ ਰਹੇ ਸੀ ਤੁਸੀਂ ਆਪਣੇ ਅੱਖੀਂ ਦੇਖਿਆ ਸੀ? ਬਿਲਕੁਲ ਜੀ, ਬਿਲਕੁਲ ਦੇਖਿਆ। ਜਨਰਲ ਸਾਹਿਬ ਨੂੰ ਲਿਆਂਦਾ, ਸੰਤਾਂ ਦੇ ਨਾਲ ਅਸੀਂ ਕੋਲੇ ਬੈਠੇ ਸਿੰਘ, ਕਾਫੀ ਅਸੀਂ 5-10 ਸਿੰਘ ਬੈਠੇ ਸੀ ਉੱਥੇ। ਉਸ ਵੇਲੇ ਜਨਰਲ ਸ਼ਵੇਜ ਸਿੰਘ ਨੂੰ ਜਦੋਂ ਲਿਆ ਕੇ ਉਹਨਾਂ ਨੇ ਕਿਹਾ ਵੀ ਮਹਾਂਪੁਰਖੋ ਸੰਤ ਬਾਬਾ ਜੀ ਵੀ ਜਨਰਲ ਸ਼ਵੇਜ ਸਿੰਘ ਜੀ ਨੇ ਇਹਨਾਂ ਨੂੰ ਗੋਲੀ ਲੱਗ ਗਈ ਹੈ। ਜਨਰਲ ਸਾਹਿਬ ਨੇ 2 ਗੱਲਾਂ ਮਹਾਂਪੁਰਖਾਂ ਨਾਲ ਕੀਤੀਆਂ ਨੇ। ਸੰਤੋ ਮਹਾਂਪੁਰਸ਼ੋ, ਮੈਂ ਤੁਹਾਡਾ ਵਚਨ ਪੂਰਾ ਕਰ ਆਇਆ ਤੇ ਮੈਂ ਹਥਿਆਰ ਵੀ ਛਿੜ ਕੇ ਨਹੀਂ ਆਇਆ। ਸੰਤ ਕਹਿੰਦੇ ਜਨਰਲ ਸਾਹਿਬ ਸਮਾਂ ਅੱਗੇ ਪਿੱਛੇ ਹੋ ਸਕਦਾ ਤੁਹਾਡੇ ਮਗਰੇ ਆਏ। ਬਸ ਇੰਨੀ ਗੱਲ ਜੇ ਲੰਮਾ ਪਾਏ ਨੇ ਕਿਉਂਕਿ ਬ੍ਰਸਟ ਵੱਜਿਆ ਹੋਇਆ ਸੀ, ਖੂਨ ਬਹੁਤ ਤੇਜ਼ੀ ਨਾਲ ਦੌੜ ਨਿਕਲ ਰਿਹਾ ਸੀਗਾ। 2 ਘਰਾੜੇ ਵੱਜੇ ਉਹਨਾਂ ਦੇ ਤੇ ਉਹ ਨਾਲ ਦੀ ਨਾਲ ਸ਼ਹਾਦਤ ਦਾ ਜਾਮ ਪੀ ਗਏ। ਸੰਤਾਂ ਨੇ ਫਿਰ ਵਚਨ ਕੀਤਾ ਕਿ ਸਿੰਘੋ ਇਹ ਚਾਦਰਾ ਜਿਹੜਾ ਭਾਈ ਗੁਰਮੁਖ ਸਿੰਘ ਗੜਵਈ ਸੀ ਚਾਦਰ ਪਾ ਦਿਓ, ਤੇ ਉਹ ਚਾਦਰ ਪਾਈ ਤੇ ਨਾਲ ਕਿਹਾ ਕਿ ਜਿਸ ਦੇਸ਼ ਲਈ ਜਨਰਲ ਸ਼ਵੇਜ ਸਿੰਘ ਲੜਦਾ ਮਰਦਾ ਰਿਹਾ, ਅੱਜ ਉਸੇ ਦੇਸ਼ ਦੇ ਫੌਜੀਆਂ ਹੱਥੋਂ ਇਸ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਜਿਹੜੀ ਜਨਰਲ ਸ਼ਵੇਜ ਸਿੰਘ ਦੀ ਰਣਨੀਤੀ ਸੀ ਜੀ, ਉਦੋਂ ਪਹਿਲਾਂ ਜਦੋਂ ਸਾਰੀ ਤਿਆਰੀ ਹੋ ਗਈ ਸੀ ਤੁਹਾਨੂੰ ਪਤਾ ਸੀ ਕਿ ਹੁਣ ਤਿਆਰੀ ਚੱਲ ਰਹੀ ਹੈ ਇਦਾਂ ਦਾ, ਜਾਂ ਤੁਹਾਡੇ ਕੋਈ ਧਿਆਨ 'ਚ ਹੈ ਨਹੀਂ ਸੀਗਾ? ਨਹੀਂ, ਸਾਡੇ ਧਿਆਨ 'ਚ ਨਹੀਂ ਸੀ। ਸਾਡੇ ਖਾਸ ਕਰਕੇ ਰਾਗੀ ਸਿੰਘ ਜਿਹੜੇ ਸੀ ਅਸੀਂ ਸਾਡੇ ਧਿਆਨ ਵਿੱਚ, ਕਿਉਂਕਿ ਜਿਹੜੇ ਤਾਂ ਸਿੰਘ ਉਸ ਸੰਬੰਧਿਤ ਸੀ ਉਸ ਮਤਲਬ ਕਿ ਲੜਾਈ ਦੇ ਵਿੱਚ, ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਪਤਾ ਸੀਗਾ। ਜਿਹੜੇ ਅਸੀਂ ਰਾਗੀ ਸਿੰਘ ਸੀ ਜਾਂ ਕਥਾਵਾਚਕ ਜਿਹੜੇ ਸੀਗੇ ਉਹ ਇਸ ਗੱਲ ਤੋਂ ਥੋੜ੍ਹੇ ਜਿਹੇ ਨਿਰਲੇਪ ਸੀ, ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਸੀ ਪਤਾ।
ਪਰ ਲੇਕਿਨ ਇੰਨਾ ਜ਼ਰੂਰ ਸੀ ਕਿਉਂਕਿ ਮੋਰਚੇ ਜਿਹੜੇ ਨੇ ਇਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਜਿਹੜੇ ਸੰਗੀ ਸੀ, ਭਾਈ ਗੁਰਮੇਲ ਸਿੰਘ ਜੀ, ਭਾਈ ਭਗਵਾਨ ਸਿੰਘ ਜੀ, ਭਾਈ ਜਸਵੀਰ ਸਿੰਘ, ਇਹ ਕਾਫੀ ਸਿੰਘ 30-32 ਸਿੰਘ ਉੱਥੋਂ ਆਏ ਸੀ ਹਜੂਰ ਸਾਹਿਬ ਤੋਂ। ਇਹਨਾਂ ਨੇ 1 ਤਰੀਕ ਨੂੰ ਜਦੋਂ ਗੋਲੀ ਚੱਲੀ ਹੈ, ਸਾਡੇ ਮਤਲਬ 12 ਵਜੇ ਤੋਂ 8 ਵਜੇ ਤੱਕ ਗੋਲੀ ਚੱਲਦੀ ਰਹੀ, ਇਹ 2 ਤੇ 3 ਤਰੀਕ ਨੂੰ ਸਾਰੇ ਮੋਰਚੇ ਬਣੇ ਨੇ। ਜਿਹੜਾ ਅੰਦਰ ਉਦੋਂ ਗਰਮੀ ਦਾ ਟਾਈਮ ਸੀ ਜੂਨ ਦਾ, ਤੇ ਸੁਣਨ ਚ ਆ ਰਿਹਾ ਕਿ ਬਾਹਰੋਂ ਸਭ ਕੁਝ ਬੰਦ ਕਰਤਾ ਸੀ ਖਾਣ ਪੀਣ ਦਾ, ਜਿਹੜਾ ਅੰਦਰ ਉਦੋਂ ਖਾਣ ਪੀਣ ਦਾ ਸੀ ਗਰਮੀ ਦੇ ਵਿੱਚ, ਉਹ ਕਿੱਦਾਂ ਦਾ ਚੱਲ ਰਿਹਾ ਸੀ? ਜਿਹੜਾ 3-4 ਦਿਨ ਕੀ ਖਾਧਾ ਪੀਤਾ ਤੁਸੀਂ? ਬਹੁਤਿਆਂ ਨੂੰ ਤਾਂ ਜੀ ਇਹ ਲੰਗਰ ਪਾਣੀ ਨਹੀਂ ਮਿਲਿਆ ਹੈਗਾ, ਕਿਉਂਕਿ ਥੋੜਾ ਜਿਹਾ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ ਹੈ ਉਹ ਜਿਹੜਾ ਮਤਲਬ ਕਿ 3 ਤਰੀਕ ਨੂੰ ਬਣਿਆ ਸੀਗਾ, ਉਹੀ ਸੰਗਤਾਂ ਵਿੱਚ ਵਰਤਾਇਆ ਗਿਆ। ਕਿਉਂਕਿ 4 ਤਰੀਕ ਨੂੰ ਤਾਂ ਸ਼ੁਰੂ ਹੋ ਗਿਆ, 4 ਦਿਨ ਤੋਂ ਕੋਈ ਨਾ ਲੰਗਰ ਬਣ ਸਕਿਆ, ਨਾ ਕਿਸੇ ਤਰ੍ਹਾਂ ਦੀ ਕੋਈ ਸਾਧਨ ਹੋ ਸਕਿਆ, ਭਾਵੇਂ ਰਸਤ ਬਸਤ ਸਾਰੀ ਮੌਜੂਦ ਸੀਗੀ ਲੰਗਰ ਦੇ ਵਿੱਚ, ਪਰ ਲੇਕਿਨ ਗੋਲੀ ਇੰਨੀ ਆ ਰਹੀ ਸੀਗੀ, ਗੋਲਾਬਾਰੀ ਇੰਨੀ ਹੋ ਰਹੀ ਸੀਗੀ, ਨਹੀਂ ਸੀ ਕੁਝ ਬਣ ਸਕਦਾ। ਤੇ ਇੱਥੋਂ ਤੱਕ ਪਾਣੀ ਵਾਲੀ ਟੈਂਕੀ ਵੀ ਉਹਨਾਂ ਨੇ ਤੋੜ ਦਿੱਤੀ ਸੀ ਮਾਰ ਕੇ ਬੰਬ, ਪਾਣੀ ਵੀ ਬੰਦ ਸੀਗਾ। ਤੇ ਪਤਾ ਨਹੀਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦਾ ਕੈਸਾ ਵਰਤਾਰਾ ਵਰਤਿਆ, ਨਾ ਉੱਥੇ ਨੀਂਦ, ਨਾ ਭੁੱਖ, ਨਾ ਪਿਆਸ, ਨਾ ਕੋਈ ਕਿਰਿਆ ਅਸੀਂ ਨਹੀਂ ਕੀਤੀ, ਨਾ ਸਾਨੂੰ ਪਤਾ, ਇਸ ਤਾਂ ਸਾਨੂੰ ਉਸ ਕੋਈ ਪਤਾ ਨਹੀਂ ਇਸ ਗੱਲ ਦਾ। ਸੁਣਨ ਪੜ੍ਹਨ ਚ ਆਇਆ ਕਿ ਉੱਥੇ ਕਾਫੀ ਜਿਹੜੇ ਛੋਲੇ ਸੀ ਭੁੰਨੇ, ਉਹ ਜ਼ਰੂਰ ਪਹਿਲਾਂ ਹਾਂ, ਉਹ ਜਨਰਲ ਸਾਹਿਬ ਦੀ ਇੱਕ ਸਕੀਮ ਸੀਗੀ ਜੋ ਸਾਨੂੰ ਦੱਸੀ, ਮਤਲਬ ਕਿ ਸਾਨੂੰ ਵੀ ਦੱਸਿਆ ਉਹਨਾਂ ਨੇ, 1 ਗੰਢੇ ਜੀ 1 ਛੋਲੇ। ਉਹ ਕਹਿੰਦੇ ਵੀ ਛੋਲੇ ਜਦੋਂ ਤੁਹਾਨੂੰ ਜੋ ਕੁਝ ਨਹੀਂ ਮਿਲਣਾ ਤਾਂ ਥੋੜਾ ਵੇਲੇ ਛਕ ਲੈ, ਜਿਵੇਂ ਪੁਰਾਤਨ ਸਮੇਂ ਵਿੱਚ ਵੀ ਇਹ ਗੱਲ ਸੀ, 1 ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਵਿੱਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਉਹ ਖਾਲਸੇ ਨੇ ਮੁੜ ਦੁਹਰਾਇਆ ਇਤਿਹਾਸ ਨੂੰ, ਤੇ ਉਹ ਛੋਲਿਆਂ ਦੀ ਮੁੱਠ ਜ਼ਰੂਰ ਛਕਦੇ ਸੀਗੇ। ਤੇ ਗੰਢਾ ਇਸ ਕਰਕੇ ਰੱਖਿਆ ਜਾਂਦਾ ਸੀਗਾ ਵੀ ਜੇ ਇਹਨਾਂ ਨੇ ਟੀਅਰ ਗੈਸ ਜਾਂ ਕੋਈ ਐਸੀ ਜ਼ਹਿਰੀਲੀ ਗੈਸ ਛੱਡੀ, ਤੁਹਾਡੀਆਂ ਅੱਖਾਂ ਨੂੰ ਪਊਗੀ, ਤੁਹਾਡੇ ਨੱਕ ਨੂੰ ਪਊਗੀ, ਤੁਸੀਂ ਉਹ ਗੰਢੇ ਨੂੰ ਮਸਲ ਕੇ ਉਹਦਾ ਜਿਹੜਾ ਪਾਣੀ ਹੈ ਮਤਲਬ ਕਿ ਉਹ ਤੁਸੀਂ ਉਹਨੂੰ ਸੁੰਘ ਲੈਣਾ, ਉਹਨੂੰ ਅੱਖਾਂ ਨੂੰ ਲਾ ਲੈਣਾ, ਉਹਦੇ ਨਾਲ ਉਹ ਨਾ ਅਸਰ ਨਹੀਂ ਕਰੂਗੀ। ਇਹ ਜਨਰਲ ਸਾਹਿਬ ਦੀ ਮਤਲਬ ਕਿ ਇੱਕ ਹਦਾਇਤ ਸੀ ਸਾਰੇ ਸਿੰਘਾਂ ਨੂੰ। ਕਿਤੋਂ ਸੁਣਨ 'ਚ ਇਹ ਵੀ ਆਉਂਦਾ ਕਿ ਉੱਥੇ ਬੱਚੇ ਬਜ਼ੁਰਗ ਮਾਤਾਵਾਂ ਹੈਗੀਆਂ ਸੀ, ਉੱਥੇ ਪੁਲਿਸ ਨੇ ਉਹ ਗੈਸ ਦਾ ਆਰਮੀ ਨੇ, ਫੌਜ ਨੇ ਉਹਦਾ ਗੈਸ ਦਾ ਪ੍ਰਯੋਗ ਕੀਤਾ, ਜਿਹੜੀ ਵੱਡੇ ਵੱਡੇ ਹਮਲਿਆਂ 'ਚ ਵੀ ਨਹੀਂ ਆਪਾਂ ਪ੍ਰਯੋਗ ਕਰਦੇ। ਇਹ ਗੱਲ ਸੱਚਾਈ ਹੈ ਕਿ ਉੱਥੇ ਗੈਸ ਨਾਲ ਵੀ ਕੁਝ ਸਿੰਘ ਮਰੇ ਨੇ? ਜਾਂ ਬਿਲਕੁਲ ਜੀ, ਇਹ ਮਤਲਬ ਕਿ 100% ਸੱਚਾਈ ਹੈ ਵੀ ਜਿਹੜੇ ਹਥਿਆਰ ਨੇ ਜਾਂ ਜਿਹੜੀ ਗੈਸ ਹੈ ਜ਼ਹਿਰੀਲੀ, ਉਹ ਵੱਡੇ ਵੱਡੇ ਹਮਲਿਆਂ ਵਿੱਚ ਮੁਲਕਾਂ ਦੀਆਂ ਲੜਾਈਆਂ ਹੁੰਦੀਆਂ ਨਹੀਂ ਵਰਤਿਆ ਜਾਂਦਾ, ਪਰ ਉੱਥੇ ਵਰਤਿਆ ਗਿਆ ਜੀ। ਉੱਥੇ ਮਤਲਬ ਕਾਫੀ ਕੁਛ ਇਹ ਵਰਤਾਰਾ ਵਰਤਿਆ, ਕਿਉਂਕਿ ਉੱਥੇ ਤਾਂ ਇੰਨਾ ਮਤਲਬ ਕਿ ਨਸਲਕੁਸ਼ੀ ਕੀਤੀ, ਨਾ ਬੱਚਾ ਦੇਖਿਆ, ਨਾ ਬਜ਼ੁਰਗ ਦੇਖਿਆ, ਨਾ ਕੋਈ ਉੱਥੇ ਮਾਈ ਬੀਬੀ ਦੇਖੀ, ਨਾ ਕੋਈ ਨੌਜਵਾਨ ਦੇਖਿਆ। ਉਹ ਤਾਂ ਜਿਹੜਾ ਅੱਗੇ ਆਇਆ ਛੱਲੀਆਂ ਵਾਂਗੂ ਉਹਨਾਂ ਨੇ ਭੁੰਨਤਾ, ਮਤਲਬ ਕਿ ਇੱਥੋਂ ਤੱਕ ਵੀ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਉਹਨਾਂ ਨੇ ਗੋਲੀਆਂ ਮਾਰ ਕੇ ਭੁੰਨ ਦਿੱਤਾ। ਇੱਕ ਘਟਨਾ ਹੋਰ ਵੀ ਹੈ, ਅਸਲ ਦੇ ਵਿੱਚ ਤਾਂ ਆਪ ਤੋਂ ਬੋਲੀ ਬਣੀ ਜਾਂਦੀ ਹੈ ਗੱਲਬਾਤ। ਕੁਲਦੀਪ ਸਿੰਘ ਬਰਾੜ ਨੇ ਵੀ ਇਹ ਗੱਲ ਨੂੰ ਖੈਰ ਉਹਨੇ ਤਾਂ ਝੂਠ ਕਿਹਾ, ਪਰ ਸੁਣਨ 'ਚ ਆਇਆ ਕਿ ਉੱਥੇ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ ਜਿਹੜੀਆਂ ਮੇਡ ਇਨ ਆਰਮੀ ਲਿਖਿਆ ਹੋਇਆ ਸੀ ਉਦੋਂ ਬਾਅਦ ਦੇ ਵਿੱਚ। ਇਹਦੇ ਬਾਰੇ ਤੁਸੀਂ? ਇਹ ਉਹਨਾਂ ਦੀਆਂ ਹੋ ਸਕਦੀਆਂ ਨੇ, ਜਿਹੜੇ ਆਰਮੀ ਵਾਲੇ ਹੀ ਨੇ ਉਹਨਾਂ ਦੀ, ਪਰ ਲੇਕਿਨ ਕੋਈ ਵੀ ਸਿੰਘ ਇਸ ਤਰ੍ਹਾਂ ਦੀ ਹਰਕਤ ਨਾ ਕੀਤੀ ਤੇ ਨਾ ਕੋਈ ਕਰ ਸਕਦਾ, ਕਿਉਂਕਿ ਮਹਾਂਪੁਰਸ਼ਾਂ ਦੇ ਤਾਂ ਚਾਹ ਵੀ ਨਹੀਂ ਸਕਦੇ ਲੰਗਰ ਦੇ ਸਿੰਘ। ਮੈਂ ਹੁਣ ਤੱਕ ਚਾਹ ਨਹੀਂ ਪੀਤੀ ਜੀ। ਬਿਲਕੁਲ। ਸ਼ਰਾਬ ਤਾਂ ਮਤਲਬ ਕਹਿਣਾ ਇੱਕ ਪਾਸੇ ਦੀ ਗੱਲ ਹੈ, ਚਾਹ ਨੂੰ ਵੀ ਇੱਕ ਨਸ਼ਾ ਸਮਝਦੇ ਸੀਗੇ। ਦਮਦਮੀ ਟਕਸਾਲ ਇੱਕ ਚੱਲਦੀ ਫਿਰਦੀ ਯੂਨੀਵਰਸਿਟੀ ਹੈ, ਵਿਦਿਆਰਥੀਆਂ ਦੀ ਮਤਲਬ ਕਿ ਇੱਕ ਸੰਸਥਾ ਹੈ, ਉੱਥੇ ਨਸ਼ੇ ਤਾਂ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋ ਸਕਦੀ। ਇਹ ਸਿਰਫ ਕੂੜ ਪ੍ਰਚਾਰ ਕੀਤਾ ਗਿਆ ਜੀ। ਇਹ ਕਹਿਣ ਦਾ ਭਾਵ ਮੇਰਾ ਇਹ ਸੀ, ਕੁਲਦੀਪ ਸਿੰਘ ਬਰਾੜ ਨੇ ਇਹ ਲਿਖਿਆ ਕਿ ਜਦੋਂ ਬਾਅਦ ਦੇ ਵਿੱਚ ਆਮ ਲੋਕਾਂ ਦੀ ਨੇ ਇਹ ਗੱਲਾਂ ਬਾਤਾਂ ਦੱਸੀਆਂ ਨੇ ਕਿ ਉੱਥੇ ਜਿਹੜੀ ਫੌਜ ਹੈ ਇਹਨੇ ਉੱਥੇ ਬਹਿ ਕੇ ਸ਼ਰਾਬ ਵੀ ਪੀਤੀ ਹੈ, ਬੂਟਾਂ ਸਣੇ ਵੀ ਚੜ੍ਹੇ ਨੇ, ਟੈਂਕ ਵੀ ਚਾੜੇ ਨੇ। ਜਦੋਂ ਕੋਈ ਇਹਨਾਂ ਦੀ ਕੋਈ ਮਰਿਆਦਾ ਤਾਂ ਇਹ ਤਾਂ ਭੁੱਲ ਗਏ ਸੀ ਵੈਸੇ। ਨਹੀਂ, ਬਿਲਕੁਲ ਇਹ ਤਾਂ ਗੱਲ ਸਹੀ ਹੈ। ਬੂਟਾਂ ਸਣੇ ਜਿਹੜੀ ਇਹ ਫੌਜ ਅੰਦਰ ਆਈ ਹੈ, ਉਹ ਨਸ਼ੇ ਵੀ ਉਹਨਾਂ ਨੇ ਕੀਤਾ ਹੋਇਆ ਹੋਊਗਾ, ਮਤਲਬ ਕਿ ਕੋਈ ਏਡੀ ਗੱਲ ਨਹੀਂ। ਕਿ ਜਿਹੜੇ ਉਸ ਵੇਲੇ ਦੇ ਕੁਝ ਫੌਜ ਕਮਾਂਡਰ ਨੇ ਉਹ ਵੀ ਇਹ ਗੱਲ ਦੱਸਦੇ ਨੇ। ਸੋ ਜਿਹੜੇ ਲਾਸ਼ਾਂ ਚੱਕਣ ਵਾਲੇ ਸੀਗੇ, ਬਾਅਦ ਦੇ ਵਿੱਚ ਸਿੰਘਾਂ ਦੇ ਸਰੀਰ ਚੱਕਣ ਵਾਲੇ ਸੀਗੇ, ਇੱਕ ਭੰਗੀ, ਉਹ ਵੀ ਇਹ ਦੱਸਦੇ ਨੇ ਵੀ ਅਸੀਂ ਸ਼ਰਾਬ ਪੀ ਕੇ ਅੰਦਰ ਗਏ ਹਾਂ, ਸਾਨੂੰ ਆਰਡਰ ਸੀ ਵੀ ਉਹਨਾਂ ਨੇ ਸਾਨੂੰ ਆਪਣੇ ਤੌਰ 'ਤੇ ਜਿਹੜੀ ਉਹਨਾਂ ਦੀ ਕੋਈ ਹੁੰਦੀ ਹੈ ਸ਼ਰਾਬ, ਮੈਨੂੰ ਤਾਂ ਕਈ ਵਾਰੀ ਨਾਮ ਨਹੀਂ ਦੇ ਆਉਂਦੇ, ਕਿ ਜਿਹੜੇ ਉਹ ਦਿੱਤੀ ਹੈ ਸਾਨੂੰ, ਦੇ ਕੇ ਅਸੀਂ ਸ਼ਰਾਬ ਪੀ ਕੇ ਉਹਨਾਂ ਦੇ ਸਰੀਰ ਚੁੱਕਦੇ ਰਹੇ ਹਾਂ। ਇਹਨਾਂ ਨੇ ਤਾਂ ਆਪ ਸਾਰਾ ਵਰਤਾਇਆ ਜੀ। ਇਹ ਤੇ ਬਦਨਾਮ ਸਿੰਘਾਂ ਦੇ ਨਾਮ ਨੂੰ ਵੀ ਕੀਤਾ ਇਹਨਾਂ ਨੇ। ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀਗੀ, ਕਿਉਂਕਿ ਗੁਰਬਾਣੀ ਦਾ ਮਹਾਰਾਜ ਦਾ ਬਚਨ ਹੈ, ਦੁਰਮਦ ਮਦ ਜੋ ਪੀਵਤੇ ਬਿਖਲੀ ਪਤ ਕਮ ਲਈ,
ਰਾਮ ਰਸਾਇਣ ਜੋਰਤੇ ਨਾਨਕ ਸਚ ਅਮਲੀ। ਗੁਰੂ ਕੇ ਖਾਲਸੇ ਨੇ ਖਾਸ ਕਰਕੇ ਦਮਨੀ ਟਕਸਾਲ ਦੇ ਜਿਹੜੇ ਸਿੰਘ ਨੇ ਪਹਿਰਾ ਦਿੰਦੇ ਨੇ ਇਸ ਗੱਲ ਦੇ ਉੱਤੇ। ਉਹ ਤਾਂ ਨਸ਼ਾ ਕੀ ਮਤਲਬ ਕਿ ਕੁਛ ਚਾਹ ਦਾ ਵੀ ਨਸ਼ਾ ਨਹੀਂ ਵਰਤਦੇ, ਜਿਹੜੀ ਵੀ ਚਾਹ ਦਾ ਵੀ ਉਹਨੂੰ ਜਲ ਪਾਣੀ ਛਕਦੇ ਨੇ। ਮਤਲਬ ਕਿ ਇਸ ਤਰ੍ਹਾਂ ਦੀ ਕਦਾਚਿਤ ਵੀ ਕੋਈ ਗੱਲਬਾਤ ਨਹੀਂ ਸੀ। ਇਹ ਸਾਰਾ ਬਦਨਾਮ ਕਰਨ ਦਾ ਸਮੇਂ ਦੀਆਂ ਕੁਝੀਆਂ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਨੇ ਤੇ ਉਹ ਕਰ ਰਹੇ ਨੇ ਜੀ। ਜਦੋਂ ਤੁਸੀਂ ਬਾਹਰ ਆ ਗਏ ਸੀ ਜੀ, ਬਾਹਰ ਹਰੇਕ ਸਿੰਘ ਨੂੰ ਤਾਂ ਉਹ ਜਾਣਦੇ ਵੀ ਨਹੀਂ ਹੁੰਦੇ ਜਦੋਂ ਜਿਹੜੇ ਆਰਮੀ ਫੌਜ ਅਫਸਰ ਸੀ। ਤੁਹਾਡੀ ਪਛਾਣ ਉਦੋਂ ਕਿਹਨਾਂ ਨੇ ਕੀਤੀ ਸੀ ਕਿ ਇਹ ਫਲਾਣੇ ਸਿੰਘ ਨੇ? ਵੱਡੀ ਪਛਾਣ ਉਹਨਾਂ ਨੇ ਇਹ ਰੱਖੀ ਸੀਗੀ ਵੀ ਜਿਨ੍ਹਾਂ ਦੇ ਪੈਰ ਵਿੱਚ ਜੁੱਤੀ ਨਹੀਂ ਸੀਗੀ ਜੀ, ਉਹਨਾਂ ਨੂੰ ਕਹਿੰਦੇ ਸੀ ਵੀ ਦਰਬਾਰ ਸਾਹਿਬ ਚੋਂ ਆਇਆ ਹੈ। ਭਾਵੇਂ ਉਹ ਬੀਬੀ ਹੈ, ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਜਵਾਨ ਹੈ, ਭਾਵੇਂ ਕੋਈ ਬਜ਼ੁਰਗ ਹੈ। ਬਿਲਕੁਲ। ਤੇ ਜਿਹੜੇ ਜਿਹਦੇ ਪੈਰ ਵਿੱਚ ਜੁੱਤੀ ਸੀ, ਭਾਵੇਂ ਉਹ ਕਿਤੋਂ ਵੀ ਆਇਆ ਸੀ, ਭਾਵੇਂ ਉਹ ਲੜਦਾ ਆਇਆ ਸੀ ਜਾਂ ਕਿਵੇਂ ਵੀ ਆਇਆ ਸੀਗਾ, ਉਹਨੂੰ ਉਹਨਾਂ ਨੇ ਜਾਣ ਦਿੱਤਾ। ਇਹ ਇੱਕ ਵੱਡੀ ਪਹਿਚਾਣ ਸੀਗੀ ਉਹਨਾਂ ਲਈ। ਮਤਲਬ ਕਿ ਵੀ ਜਿਹੜੇ ਦਰਬਾਰ ਸਾਹਿਬ 'ਚ ਉਹਨੂੰ ਨੰਗੇ ਪੈਰ ਨੇ, ਅਸੀਂ ਸਾਰੇ ਤਕਰੀਬਨ ਨੰਗੇ ਪੈਰੀ ਸੀਗੇ। ਜਦੋਂ ਇੱਥੋਂ ਤੁਹਾਨੂੰ ਫਿਰ ਅੱਗੇ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਸੀ, ਉੱਥੇ ਕਿੱਦਾਂ ਦਾ ਤਸ਼ੱਦਦ ਹੋਇਆ ਤੁਹਾਡੇ ਤੇ? ਕਿਹੜੀ ਜੇਲ੍ਹ 'ਚ ਲੈ ਕੇ ਗਏ ਸੀ? ਉਹ ਇਸ ਤਰ੍ਹਾਂ ਸੀ ਭਾਈ ਸੁਖਬੀਰ ਸਿੰਘ ਜੀ ਵੀ ਸਾਨੂੰ ਉਹਨਾਂ ਨੇ ਜਦੋਂ ਇੱਥੋਂ ਗ੍ਰਿਫਤਾਰ ਕੀਤਾ ਸੀ, 40 ਦੇ ਕਰੀਬ ਸਿੰਘ ਸੀਗੇ। ਪਹਿਲਾਂ ਸਾਨੂੰ ਕੋਤਵਾਲੀ ਲੈ ਕੇ ਗਏ, ਕੋਤਵਾਲੀ ਕਰਾਤ ਰੱਖਿਆ ਉਹਨਾਂ ਨੇ। ਦੂਜੇ ਦਿਨ ਫਿਰ ਸਾਨੂੰ ਕੈਂਪ ਲੱਗੇ, ਕੈਂਪ ਸੀਗੇ, ਕੈਂਪਾਂ ਵਿੱਚ ਲੈ ਕੇ ਸਕੂਲ ਸੀਗੇ ਨੇ। ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਜਿੰਨਾ ਕਾ ਕਮਰਾ ਹੈ, ਇਹਦੇ ਵਿੱਚ ਐਡੇ ਕਮਰੇ ਵਿੱਚ ਤਕਰੀਬਨ ਅਸੀਂ 250-300 ਦੇ ਕਰੀਬ ਬੰਦਾ ਸੀਗਾ ਜੀ। ਤੂੜੀਆਂ ਭਰੇ ਹੋਏ ਸੀਗੇ ਤੇ ਉਹਨਾਂ ਦੀ ਫਿਰ ਉਹਨਾਂ ਨੇ ਪਹਿਚਾਣ ਕੀਤੀ, ਮਤਲਬ ਕਿ ਸਕਰੀਨਿੰਗ ਕੀਤਾ ਸਾਰਾ ਜੀ। ਉਹ 250-300 ਦੇ ਵਿੱਚੋਂ ਮੈਨੂੰ ਇਕੱਲੇ ਨੂੰ ਬਾਹਰ ਕੱਢਿਆ ਗਿਆ। ਅੱਛਾ, ਹਾਂਜੀ। ਉਹ ਬਾਕੀ ਸਾਰੇ ਮੁੜ ਕੇ ਉੱਥੇ ਫਿਰ ਭੇਜ ਦਿੱਤੇ ਜਦੋਂ ਮੇਰੀ ਵਾਰੀ ਆਈ। ਕਿਉਂਕਿ ਜਿਵੇਂ ਆਹ ਸ਼ੀਸ਼ਾ ਲੱਗਿਆ, ਸ਼ੀਸ਼ੇ ਦੇ ਵਿੱਚ ਜਿਹੜਾ ਬੰਦਾ ਅੰਦਰ ਦੇਖ ਰਿਹਾ ਸੀਗਾ ਉਹਦੀਆਂ ਅੱਖਾਂ ਦੇਖਦੀਆਂ ਸੀਗੀਆਂ, ਬਾਹਰ ਕੁਝ ਨਹੀਂ ਸੀ ਦਿਖਦਾ ਹੋਰ ਜੀ। ਉਹਨੇ ਮੈਨੂੰ ਸਾਰਾ ਮੇਰਾ ਐਡਰੈਸ ਪੁੱਛਿਆ, ਸਾਰਾ ਕੁਝ ਦੱਸਿਆ ਮੈਂ, ਤੇ ਉਹ ਮਤਲਬ ਕਿ ਮੈਨੂੰ ਉਹਨਾਂ ਨੇ ਵੱਖਰਾ ਕਰ ਲਿਆ। ਤੁਹਾਨੂੰ ਉਹਨਾਂ ਸਿੰਘਾਂ ਨਾਲ ਵੱਖਰਾ ਕੀਤਾ ਜਿਹੜੇ ਪਹਿਲਾਂ ਤੁਹਾਡੇ ਨਾਲ ਦਰਬਾਰ ਸਾਹਿਬ ਚੋਂ ਫੜੇ ਗਏ ਸੀ, ਜਾਂ ਕੋਈ ਹੋਰ ਸੀ ਉਹ? ਨਹੀਂ, ਉਹ ਸਾਰੇ ਆਮ ਸਾਰੇ ਇਕੱਠੇ ਕਰਤੇ ਨਾ। ਠੀਕ ਹੈ। ਜਿੰਨੇ ਵੀ ਸ਼ਰਧਾਲੂ ਫੜੇ ਗਏ ਉੱਥੇ ਤਕਰੀਬਨ 1800-1900 ਦੇ ਕਰੀਬ ਬੰਦਾ ਫੜਿਆ ਗਿਆ ਸੀਗਾ ਜੀ। 1800-1900 ਅੰਦਰੋਂ ਜੀ। ਉਹ ਸਾਰੇ ਕੈਂਪਾਂ ਵਿੱਚ ਸੀਗੇ। ਕੁਛ ਮਤਲਬ ਜਿਹੜੇ ਸੀਗੇ ਮਿਲਟਰੀ ਦੇ ਅਸਲਾਖਾਨਾ ਸੀਗਾ, ਉਹਨਾਂ ਵਿੱਚ ਸਿੰਘ ਸੀਗੇ। ਉਹ ਮੁੜ ਕੇ ਫਿਰ ਸਕਰੀਨਿੰਗ ਕਰਦੀ ਸਾਰਿਆਂ ਦੀ ਜੀ। ਜਿਹੜਾ ਇਹਨਾਂ ਨੂੰ ਲੋੜ ਸੀ ਉਹਨੂੰ ਬਾਹਰ ਕੱਢਦੇ, ਬਾਕੀ ਨੂੰ ਉਹ ਆਪਾਂ ਆਪਣੇ ਹਿਸਾਬ ਨਾਲ ਕਰਦੇ ਸੀਗੇ। ਉਹ 250-300 ਦੇ ਕਰੀਬ ਸਿੰਘਾਂ ਦੇ ਵਿੱਚੋਂ ਮੈਨੂੰ ਇਕੱਲੇ ਨੂੰ ਉਹਨਾਂ ਨੇ ਬਾਹਰ ਕੀਤਾ ਜੀ। ਮੈਨੂੰ ਇਹ ਸ਼ੱਕ ਸੀਗਾ ਭਾਈ ਸੁਖਬੀਰ ਸਿੰਘ ਵੀ ਮੈਂ ਮੁਲਾਜ਼ਮਾਂ ਸ਼੍ਰੋਮਣੀ ਕਮੇਟੀ ਦਾ, ਕਿਉਂਕਿ ਉਸ ਵੇਲੇ ਭਾਨ ਸਿੰਘ ਸਕੱਤਰ ਤੇ ਅਬਨਾਸ਼ੀ ਸਿੰਘ ਸਕੱਤਰ ਜਿਹੜੇ ਸੀਗੇ ਉਹ ਸਿੰਘਾਂ ਨੂੰ ਬਾਹਰ ਮੁਲਾਜ਼ਮਾਂ ਨੂੰ ਕਢਾ ਰਹੇ ਸੀਗੇ ਜੀ। ਤੇ ਸਾਨੂੰ ਐਂ ਸੀਗਾ ਵੀ ਚਲੋ ਇਹ ਸ਼ਾਇਦ ਮਤਲਬ ਕਿ ਸਾਨੂੰ ਉਹਨਾਂ ਨੇ ਵੀ ਇਸ ਕਰਕੇ ਕੱਢ ਲਿਆ, ਮੁਲਾਜ਼ਮ ਕਰਕੇ ਵੀ ਬਾਹਰ ਕੱਢ ਲਿਆ। ਪਰ ਲੇਕਿਨ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਤਾਂ ਕਹਾਣੀ ਕੁਛ ਹੋਰ ਸੀਗੀ। ਤੇ ਉਹਨਾਂ ਨੇ ਜਦੋਂ ਮੈਨੂੰ ਵੱਖਰਾ ਕਰ ਲਿਆ, ਵੱਖਰੇ ਕਰਨ ਤੋਂ ਬਾਅਦ ਜਦੋਂ ਮਤਲਬ ਕਿ 17 ਕਿ 18 ਜੂਨ ਨੂੰ ਮੈਨੂੰ ਉਹਨਾਂ ਨੇ ਵੱਖਰਾ ਫਿਰ ਜਿਹੜੇ 17 ਸਿੰਘ ਸੀਗੇ, ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਜੋਗਿੰਦਰ ਸਿੰਘ ਰੋਡੇ, ਇਸੇ ਤਰ੍ਹਾਂ ਭਾਈ ਭੁਪਿੰਦਰ ਸਿੰਘ ਧਨੌਲੇ ਤੋਂ, ਭਾਈ ਸੁਰਿੰਦਰ ਸਿੰਘ ਰਾਗੀ ਜੋਧਪੁਰੀ ਜਿਹੜਾ ਆਪਣਾ ਕੀਰਤਨ ਕਰਦੇ ਨੇ, ਇਉਂ ਅਸੀਂ 17 ਸਿੰਘ ਸਾਨੂੰ ਉਹਨਾਂ ਨੇ ਵੱਖਰੇ ਕਰਕੇ ਅਜਮੇਰ ਜੇਲ੍ਹ ਵਿੱਚ ਭੇਜ ਦਿੱਤਾ। ਬਾਅਦ ਵਿੱਚ ਪਤਾ ਲੱਗਿਆ ਮੈਨੂੰ ਵੀ ਮੇਰਾ ਕਸੂਰ ਕੀ, ਮੈਂ ਤਾਂ ਕਦੇ ਆਪਦਾ ਪਿੰਡ ਦਾ ਥਾਣਾ ਨਹੀਂ ਸੀ ਵੇਖਿਆ। ਮੇਰਾ ਪਿੰਡ ਦਾ ਥਾਣਾ ਭਾਦਸੋਂ ਪੈਂਦਾ ਜੀ। ਮੈਨੂੰ ਕੋਈ ਪਤਾ ਨਹੀਂ ਭਾਦਸੋਂ ਥਾਣਾ ਕਿੱਥੇ ਹੈ ਬਾਕੀ ਦਾ, ਕਿਉਂਕਿ ਸਾਡਾ ਕੰਮ ਬਚਪਨ ਤੋਂ ਲੈ ਕੇ ਮੈਂ ਗੁਰੂ ਘਰ ਦੀ ਵਿੱਦਿਆ ਪੜ੍ਹੀ, ਕੀਰਤਨ ਦੀ, ਕਥਾ ਦੀ ਤੇ ਸੰਗੀਤ ਸਿੱਖਿਆ। ਮਤਲਬ ਕਿ ਇਹ ਮੇਰੀ ਲਾਈਨ ਸੀਗੀ, ਬਚਪਨ ਤੋਂ ਹੀ ਮੈਂ ਕਰਦਾ ਰਿਹਾ ਸੀ। ਮੇਰਾ ਦੂਜੇ ਪਾਸੇ ਜਾਣ ਦਾ ਕੋਈ ਲੋੜ ਨਹੀਂ ਸੀਗੀ। ਪਰ ਲੇਕਿਨ ਪ੍ਰਚਾਰ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਸਾਰੇ ਜਥੇ ਨੂੰ 10 ਮਾਰਚ ਮੇਰਾ ਖਿਆਲ ਹੈ 7-8 ਮਾਰਚ 1982 ਨੂੰ ਸੰਤਾਂ ਨੂੰ ਮੈਂ ਆਪਣੇ ਪਿੰਡ ਟੋਡਰਵਾਲ ਜਥੇ ਦਾ ਪ੍ਰੋਗਰਾਮ ਬਣਾਇਆ ਸੀਗਾ, ਜਿਹਦੀਆਂ ਉਹ 2 ਫੋਟੋਆਂ ਮੌਜੂਦ ਨੇ ਮੇਰੇ ਕੋਲੇ। ਹਾਂ, ਤੁਸੀਂ ਭੇਟ ਕਰ ਰਹੇ ਹੋ। ਦਸਤਾਰ ਭੇਟ ਮੈਨੂੰ ਸੰਗਤ ਨੇ, ਸਾਰੇ ਇਲਾਕੇ ਦੀ ਸੰਗਤ ਨੇ ਕਿਹਾ, ਪਿੰਡ ਦੀ ਸੰਗਤ ਨੇ ਕਿਹਾ ਵੀ ਤੁਸੀਂ ਸੰਤਾਂ ਨੂੰ ਸਰੋਪਾਉ ਦੀ ਬਖਸ਼ਿਸ਼ ਕਰੋ ਜੀ ਗੁਰੂ ਘਰ ਵੱਲੋਂ। ਉਹ ਸਰੋਪਾਉ ਦੀ ਬਖਸ਼ਿਸ਼ ਜਿਹੜੀ ਸੀ ਮੈਂ ਕੀਤੀ ਉਸ ਵੇਲੇ, ਤੇ ਨਾਲ ਸੰਤਾਂ ਦੂਜੀ ਜਦੋਂ ਦੀਵਾਨ ਹਾਲ 'ਚ ਆ ਰਹੇ ਆ ਉਦੋਂ ਦੀ ਫੋਟੋਆਂ ਨੇ। ਸੋ ਮੇਰਾ ਕਹਿਣ ਤੋਂ ਭਾਵ ਉਹ ਸਰਕਾਰ ਨੂੰ ਜਾਂ CID ਨੂੰ ਜਾਂ ਉੱਥੋਂ ਦੇ ਉਸ ਵੇਲੇ ਏਜੰਸੀਆਂ ਨੂੰ ਇਹ ਸੀ ਵੀ ਇਹ ਮੇਨ ਬੰਦਾ ਸੰਤਾਂ ਦਾ ਜੀ, ਵੀ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਕਰਾਉਂਦੇ ਨੇ, ਵੀ ਇਸ ਕਰਕੇ ਉਹਨਾਂ ਨੇ ਮੇਰੇ ਤੇ ਇਹ ਮਤਲਬ ਜਦ ਕਿ ਮੈਨੂੰ ਕੋਈ ਪਤਾ ਨਹੀਂ ਸੀ, ਨਾ ਮੇਰਾ ਕੋਈ ਕਿਸੇ ਕਿਸਮ ਦਾ ਕੇਸ ਸੀ, ਨਾ ਮੈਂ ਕਦੇ ਥਾਣੇ 'ਚ ਗਿਆ, ਨਾ ਕਦੇ ਪੁਲਿਸ ਵਿੱਚ ਮੇਰਾ ਕੋਈ ਸੀਗਾ ਕਿਸੇ ਤਰ੍ਹਾਂ ਦਾ ਵੀ।
ਮੈਂ ਤਾਂ ਇੱਕ ਬਤੌਰ ਰਾਗੀ ਸਿੰਘ ਦਰਬਾਰ ਸਾਹਿਬ ਕੀਰਤਨ ਦੀ ਮੇਰੀ ਡਿਊਟੀ ਸੀਗੀ। ਵਿਦਿਆਰਥੀ ਮੈਂ ਜ਼ਰੂਰ ਟਕਸਾਲ ਦਾ ਸੀਗਾ, ਪਰ ਲੇਕਿਨ ਸਾਨੂੰ ਉਹਨਾਂ ਨੇ ਪਹਿਲੀਆਂ ਵਿੱਚ 1 ਨੰਬਰ ਦੇ ਮਤਲਬ ਕਿ ਸਮਝ ਕੇ ਵੀ ਇਹ ਸੰਤਾਂ ਦੇ ਬਹੁਤ ਨਜ਼ਦੀਕੀ ਨੇ, ਅਤੇ ਇਹਨਾਂ ਨੂੰ ਸਾਨੂੰ ਅਜਮੇਰ ਜੇਲ੍ਹ ਵਿੱਚ ਉਹਨਾਂ ਨੂੰ ਸਾਨੂੰ ਭੇਜ ਦਿੱਤਾ। ਉੱਥੇ ਉਹਨਾਂ ਨੇ ਸਾਡੇ 'ਤੇ ਫਿਰ ਮਤਲਬ ਕਿ ਜਿਸਮਾਨੀ ਵੀ ਅਤੇ ਦੂਜੇ ਲੋਟ ਆਪਣਾ ਦੂਜਾ ਕਿਹਨੂੰ ਕਹਿੰਦੇ ਨੇ ਆਪਣੇ ਦਿਮਾਗੀ ਤੌਰ 'ਤੇ ਵੀ ਟਾਰਚਰ ਉਹਨਾਂ ਨੇ ਕੀਤਾ। ਉਦੋਂ ਜਿਹੜਾ ਉਹਨਾਂ ਦਾ ਕੋਈ ਇਹ ਵੀ ਸੁਣਨਾ ਚਾਹਿਆ ਕਿ ਜਿਹੜਾ ਉੱਥੋਂ ਤੁਹਾਨੂੰ ਲਿਜਾਣ ਦਾ ਸਾਧਨ ਸੀ ਉਹ ਕਿੱਦਾਂ ਦਾ ਸੀ, ਕਿੱਦਾਂ ਦਾ ਬਿਹੇਵ ਸੀ ਉਹਨਾਂ ਦਾ ਲਿਜਾਣ ਦਾ? ਬਹੁਤ ਮਾੜਾ ਸੀਗਾ ਬਿਹੇਵ ਉਹਨਾਂ ਦਾ ਜੀ। ਉਹਨਾਂ ਨੇ ਪਹਿਲਾਂ ਤਾਂ ਸਾਡੇ 'ਤੇ ਅੱਖਾਂ 'ਤੇ ਪੱਟੀ ਥੱਲੇ ਰੂੰ ਰੱਖਣੀ, ਫਿਰ ਉੱਤੇ ਪੱਟੀ ਬੰਨ੍ਹਣੀ, ਪੱਟੀ ਬੰਨ੍ਹ ਕੇ ਫਿਰ ਉਹਨਾਂ ਨੇ ਇੱਕ DDT ਵਾਲਾ ਨਾ ਮਤਲਬ ਕਿ ਜਿਹੜਾ ਮੁਸ਼ਕ ਮਾਰਦਾ ਸੀ ਕੰਬਲ, ਉਹ ਉੱਤੇ ਦੇਣਾ। ਅੱਛਾ। ਅਤ ਗਰਮੀ ਵਿੱਚ ਵੀ ਉੱਤੇ ਦੇ ਕੇ ਲਿਜਾਣਾ, ਅਤੇ ਹੱਥਕੜੀ ਪਿੱਛੇ ਲਾ ਕੇ ਲੈ ਕੇ ਜਾਣੀ। ਹੱਥਕੜੀ ਲਿਜਾ ਕੇ ਅਤੇ ਪੂਰਾ ਉਹ ਲਿਜਾ ਕੇ ਫਿਰ ਉਹ ਸਾਨੂੰ ਉੱਥੇ ਸਾਡੀਆਂ ਅੱਖਾਂ ਬੰਨ੍ਹਣ 'ਤੇ ਹੀ ਉਹ ਸਾਰੀ ਪੁੱਛਗਿੱਛ ਕਰਦੇ ਸੀਗੇ। ਬੋਲਦੇ ਪੰਜਾਬੀ ਸੀਗੇ ਜੀ, ਪਰ ਕਈ ਤਰ੍ਹਾਂ ਦੀਆਂ ਉਹ ਤਕਰੀਬਨ 6-7 ਮਹੀਨੇ ਸਾਡੀ ਪੁੱਛਗਿੱਛ ਹੀ ਚੱਲਦੀ ਰਹੀ, ਜਨਮ ਤੋਂ ਲੈ ਕੇ ਸੁਰਤ ਸੰਭਾਲਣ ਤੋਂ ਲੈ ਕੇ ਅਖੀਰ ਤੱਕ ਹੁਣ ਕੀ ਕਰਦੇ ਰਹੇ, ਕੀ ਹੁੰਦਾ ਰਿਹਾ। ਫਿਰ ਸਾਡੇ 'ਤੇ ਸਾਨੂੰ ਉਦੋਂ NSA ਅਧੀਨ ਰੱਖਿਆ ਸੀਗਾ ਜੀ, NSA ਅਧੀਨ ਸਾਨੂੰ ਰੱਖਿਆ ਸੀ ਉਹਨਾਂ ਨੇ। ਉਹ ਫਿਰ ਸਾਡੇ ਤੋਂ ਤਕਰੀਬਨ ਜਾ ਕੇ ਦਸੰਬਰ ਜਿਹੜਾ ਜਾਂ ਜਨਵਰੀ 'ਚ ਜਾ ਕੇ ਟੁੱਟੀ ਸਾਡੇ ਤੋਂ 84 'ਚ। ਫਿਰ ਸਾਡੇ 4 ਸਿੰਘਾਂ ਤੋਂ ਤੋੜੀ ਉਹਨਾਂ ਨੇ, ਭਾਈ ਸੁਰਿੰਦਰ ਸਿੰਘ, ਦਲਜੀਤ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਅਤੇ ਦਾਸ। 4 ਜਣਿਆਂ ਨੂੰ ਸਾਨੂੰ ਫਿਰ ਉੱਥੋਂ ਅਜਮੇਰ ਜੇਲ੍ਹ ਤੋਂ ਅੰਮ੍ਰਿਤਸਰ ਸਾਹਿਬ ਲੈ ਕੇ ਆਏ। ਇੱਥੇ ਆ ਕੇ ਫਿਰ ਸਾਡੇ 'ਤੇ ਕਈ ਕੇਸ ਪਾਏ ਉਹਨਾਂ ਨੇ। ਅੱਛਾ। ਕੇਸ ਪਾ ਕੇ ਫਿਰ ਸਾਡੇ 'ਤੇ ਉਹਨਾਂ ਨੇ ਸਾਨੂੰ ਜੇਲ੍ਹ 'ਚ ਰੱਖਿਆ। ਜੇਲ੍ਹ 'ਚ ਰੱਖਣ ਜਦੋਂ ਫਿਰ ਜੋਧਪੁਰ ਸਾਰੇ ਇਕੱਠੇ ਕੀਤੇ ਨੇ, ਸਾਰੇ ਨਾਭੇ ਵਾਲੇ ਵੀ, ਅੰਮ੍ਰਿਤਸਰ ਵਾਲੇ ਵੀ, ਆਪਣਾ ਅਜਮੇਰ ਵਾਲੇ ਵੀ, ਅਤੇ ਸਾਰੇ ਜੋਧਪੁਰ ਇਕੱਠੇ ਕਰ ਦਿੱਤੇ ਸਿੰਘ। ਉਦੋਂ ਸਾਨੂੰ ਫਿਰ ਉੱਥੇ ਉਹ ਜੋਧਪੁਰ ਜੇਲ੍ਹ ਦੇ ਵਿੱਚ ਮਤਲਬ ਕਿ ਇੱਥੋਂ ਅੰਮ੍ਰਿਤਸਰ ਤੋਂ ਪਹਿਲੀਆਂ 'ਚ ਹੀ ਜੋਧਪੁਰ ਲੈ ਗਏ ਸੀ। ਬਾਬਾ ਜੀ, ਇੱਕ ਜਦੋਂ ਤੁਹਾਨੂੰ ਜੇਲ੍ਹ ਦੇ ਵਿੱਚ ਫੜ ਲਿਆ ਗਿਆ ਸੀ, ਇੱਥੋਂ ਲੈ ਗਏ ਸੀ ਜੋਧਪੁਰ ਤੇ ਅਜਮੇਰ ਰਹੇ ਹੋ, ਹੈ ਨਾ, ਅਤੇ ਉਦੋਂ ਬਾਅਦ ਤੁਹਾਡੇ ਪਰਿਵਾਰ ਦੇ ਕੀ ਹਾਲਾਤ ਸੀ? ਤੁਹਾਨੂੰ ਛਡਾਇਆ ਕੀ ਨਹੀਂ ਸੀ ਅਸਲ ਦੇ ਵਿੱਚ? ਜਿਹੜਾ ਛਡਾਉਣ ਦੀ ਗੱਲਬਾਤ ਆ ਉਹ ਤਾਂ ਜੀ ਸਾਡੇ ਤੋਂ ਸਾਰਿਆਂ ਤੋਂ ਹੀ ਸਰਕਾਰ ਨੇ ਕੇਸ ਵਾਪਸ ਲੈ ਲਿਆ ਸੀਗਾ ਜੀ। ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡੇ ਤੋਂ ਸਾਰਾ ਟੋਟਲ ਜਿਹੜਾ ਕੇਸ ਹੈ ਵਾਪਸ ਲਿਆ ਜਾਂਦਾ, ਤੁਹਾਨੂੰ ਬਾਇੱਜ਼ਤ ਬਰੀ ਰਿਹਾ ਕੀਤਾ ਜਾਂਦਾ ਹੈ। ਪਿੱਛੋਂ ਜਿਹੜੇ ਪਰਿਵਾਰ ਦੀ ਸਹਾਇਤਾ ਬਾਰੇ ਹੈ ਉਹ ਤਾਂ ਬਹੁਤ ਮੁਸ਼ਕਲ ਦੇ ਮੁਤਾਬਕ ਪਰਿਵਾਰ ਸਾਰਾ ਚੱਲਿਆ, ਪਰ ਲੇਕਿਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਸਦਕਾ ਦਾਸ ਸ਼੍ਰੋਮਣੀ ਕਮੇਟੀ ਦੇ ਵਿੱਚ ਬਤੌਰ ਮੁਲਾਜ਼ਮ ਸੀ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਨੂੰ ਜੋ ਬਣਦੀ ਤਨਖਾਹ ਸੀਗੀ ਉਹ ਮੇਰੇ ਪਰਿਵਾਰ ਨੂੰ ਦੇ ਦਿੰਦੇ ਸੀਗੇ। ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹੀ ਜਿਹੜੀਆਂ ਉੱਥੇ ਸਾਰੇ ਮਤਲਬ ਕਿ ਬਲੂ ਸਟਾਰ ਆਪਰੇਸ਼ਨ ਦੇ ਤੀਜੇ ਘੱਲੂਘਾਰੇ ਦੇ ਸਿੰਘ ਸੀਗੇ, ਉਹਨਾਂ ਦੀ ਮੁਲਾਕਾਤ ਵਾਸਤੇ ਸਾਰਿਆਂ ਨੂੰ ਉਹ ਇੱਕ ਬੱਸ ਮਹੀਨੇ ਵਿੱਚ ਆਇਆ ਕਰਦੀ ਸੀ ਅਤੇ ਮੁਲਾਕਾਤ ਵੀ ਉਹ ਕਰਵਾਇਆ ਕਰਦੇ ਸਨ। ਸੋ ਉੱਥੇ ਬਾਕੀ ਜਿਹੜਾ ਸੀ ਜੇਲ੍ਹ ਦਾ ਮਾਹੌਲ ਪਹਿਲਾਂ ਤਾਂ ਬਹੁਤ ਮਾੜਾ ਸੀਗਾ ਜੀ। ਜਦੋਂ ਅਜਮੇਰ ਮੈਂ ਗਿਆ ਜੀ, ਅਜਮੇਰ ਬਹੁਤ ਮੇਰੇ ਨਾਲ ਜ਼ੁਲਮ ਹੋਇਆ, ਤਸ਼ੱਦਦ ਵੀ ਹੋਇਆ, ਮਤਲਬ ਕਿ ਇਸ ਢੰਗ ਦਾ ਕਿ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਛੋਟੀ ਜੀ, ਵੀ ਕਿਸ ਤਰ੍ਹਾਂ ਦਾ ਉਹ ਤਸ਼ੱਦਦ ਕਰਦੇ ਸੀਗੇ। ਇੱਕ ਵਾਰੀ ਮਤਲਬ ਕਿ ਜਿਹੜਾ ਮੈਂ ਰਹਿਰਾਸ ਦਾ ਪਾਠ ਕਰ ਰਿਹਾ ਸੀ, ਸ਼ਾਮ ਦਾ ਟਾਈਮ ਸੀ, ਅਤੇ ਜਿਹੜਾ ਹੌਲਦਾਰ ਸੀ ਉਹ ਮੈਨੂੰ ਕਹਿਣ ਲੱਗਾ ਤੂੰ ਬਹੁਤ ਚਲਾਤਾ ਹੈ, ਐਸੇ ਕਿਉਂ ਚਲਾਤੇ ਹੋ? मैं उन्होंने कहा भी मैं तो पाठ कर रहा हूँ, जो पूजा कर रहा हूँ परमेश्वर की। वो कहता ऐसे नहीं करते। तो चलो उसने फिर सानू पानी जिहड़ा सी जिहड़ी चक्की विच रखिया गया सीगा उहनूं फांसी चक्कियां कहिंदे सीगे। वो चक्की दा सारा जिहड़ा सीगा रकबा जिन्ना क अपना डबल बैड हुंदा है इन्नी क जगह विच 24 घंटे उत्थे ही रहना है, ना बाहर आउणा ना किते होर जाना है, बस 24 आवर मतलब कि 24 घंटे उत्थे ही तुसीं रहना। उहदे विच ही थोड़ी टॉयलेट बनी है तो 10 किलो 8 किलो 8-10 किलो पानी उन्होंने देना है, जिहड़ा 24 घंटिਆਂ बाद जां उदों वध भी समा लग जांदा सीगा। वो चाहे पी लो, चाहे तुसीं अपने जिहड़े तुहानूं भांडे दित्ते ने कप प्लेट उन्होंने साफ़ कर लो, भावें तुसीं अपनी टॉयलेट नूं साफ़ कर लो, बस उदों वध पानी नहीं देना। बहुत नरक भरिया जीवन सी ओह।
ਤੇ ਉਹ ਮੈਨੂੰ ਕਹਿਣ ਲੱਗਾ ਵੀ ਪਾਣੀ ਬਾਹਰ ਜਿਹੜੀ ਟੂਟੀ ਲੱਗੀ ਸੀ, ਇੱਕ ਖੇਲ ਬਣੀ ਸੀ, ਜਿਵੇਂ ਆਪਾਂ ਪਸ਼ੂਆਂ ਨੂੰ ਪਾਣੀ ਪਿਆਉਂਦੇ ਹਾਂ, ਇਉਂ ਖੇਲ ਬਣੀ ਸੀ। ਉਸ ਖੇਲ ਤੇ ਜਾਨਵਰ ਵੀ ਪਾਣੀ ਪੀਂਦੇ ਸੀ, ਪੰਛੀ ਵੀ ਪਾਣੀ ਪੀਂਦੇ ਸੀ, ਕਾਟੂਆਂ ਆਦਿ ਪਾਣੀ ਪੀਂਦੇ ਸੀ। ਉਹਦੇ ਜਲੀਲ ਕਰਨ ਵਾਸਤੇ ਸਾਨੂੰ ਉਹਨੇ ਟੂਟੀ ਤੋਂ ਪਾਣੀ ਨਹੀਂ ਸੀ ਭਰਨ ਦਿੰਦੇ। ਉਹ ਕਹਿੰਦੇ ਘੜੇ ਨਾਲ ਇੱਥੇ ਪਾਣੀ ਭਰੋ, ਤੁਸੀਂ ਇਹਦੇ 'ਚ ਇਹ 'ਚੋਂ ਖੇਲ 'ਚੋਂ ਪਾਣੀ ਭਰ ਕੇ ਲੈ ਕੇ ਜਾਓ ਪੀਣ ਵਾਸਤੇ। ਤਾਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਇਹ ਜਿਹੜਾ ਨਾ ਮਤਲਬ ਕਿ ਮੇਰੇ 'ਤੇ ਨਾ ਜ਼ੁਲਮ ਕਰ ਰਹੇ ਨੇ, ਮੈਂ ਇਹ ਘੜਾ ਤੋੜਨਾ ਹੀ ਆ। ਅਤੇ ਉਹ ਮੇਰੇ ਮਨ 'ਚ ਭਾਵਨਾ ਬਣ ਗਈ। ਅਤੇ ਉਹ ਜਦੋਂ ਮੈਨੂੰ ਕਹਿਣ ਲੱਗਾ ਤੈਨੂੰ ਕਿਉਂ ਬਣੀ ਕਿਹਾ, ਅਤੇ ਉਹ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ, ਅੱਖ ਥੱਲੇ ਰੂੰ ਰੱਖ ਕੇ, ਅੱਖਾਂ 'ਤੇ ਪੱਟੀ ਬੰਨ੍ਹ ਕੇ ਮੈਨੂੰ ਫੜ ਕੇ, ਜਿਵੇਂ ਆਪਾਂ ਬਲਾਈਂਡ ਨੂੰ ਲੈ ਕੇ ਜਾਂਦੇ ਹਾਂ, ਇਉਂ ਉਸ ਪਾਣੀ ਤੱਕ ਲੈ ਕੇ ਜਾਂਦਾ ਸੀਗਾ। ਅਤੇ ਮੈਂ ਉਹਨੂੰ ਕਹਿੰਦਾ ਮੇਰੀ ਅੱਖਾਂ ਦਾ ਖੁਦ, ਤੂੰ ਅੱਖੇ ਦੇਖਦਾ ਦੂਜੇ ਪਾਸੇ, ਤੈਨੂੰ ਦੇਖਣ ਨਹੀਂ ਦੇਣਾ। ਮਤਲਬ ਕਿ ਜਿਸਮਾਨੀ ਤੌਰ 'ਤੇ ਤਾਂ ਨਹੀਂ, ਦਿਮਾਗੀ ਤੌਰ 'ਤੇ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਸੀਗੇ। ਉਹ ਪਾਣੀ ਭਰ ਕੇ ਜਦੋਂ ਮੈਂ ਵਾਪਸ ਲੈ ਕੇ ਆਇਆ, ਅਤੇ ਉਹ ਮੈਂ ਘੜਾ ਜਿਹੜਾ ਸੀਗਾ ਥੱਲੇ ਰੱਖਣ ਲੱਗਾ ਤਾਂ ਉਹ ਡਿੱਗ ਪਿਆ ਅਤੇ ਟੁੱਟ ਗਿਆ। ਉਹਨੇ ਮੈਨੂੰ ਬਹੁਤ ਅਪਸ਼ਬਦ ਬੋਲੇ ਅਤੇ ਮੇਰੇ ਮਤਲਬ ਕਿ ਮੇਰੇ ਤੋਂ ਵੀ ਕਿਹਾ ਗਿਆ, ਮੈਂ ਦੁਸ਼ਟਾ ਮੇਰੀਆਂ ਅੱਖਾਂ ਤੋਂ ਪਾਸੇ ਹੋ ਜਾ ਤੂੰ। ਅਤੇ ਉਸ ਹੌਲਦਾਰ ਨੂੰ ਉਹਨੇ ਜਾ ਕੇ ਮਤਲਬ ਕਿ ਜੇਲਰ ਨੂੰ ਕਿਹਾ। ਜੇਲਰ ਆਇਆ, ਜੇਲਰ ਨੇ ਆ ਕੇ ਮੈਨੂੰ ਕਿਹਾ ਬੜੇ ਪਿਆਰ ਨਾਲ, ਕਹਿਣ ਲੱਗਾ ਵੀ ਮੁਖਤਿਆਰ ਸਿੰਘ ਕਦੇ ਖੇਤੀ ਦਾ ਕੰਮ ਕੀਤਾ? ਮੈਂ ਜੀ ਹਾਂ ਕਰਦਾ ਰਿਹਾ। ਕਹਿੰਦੇ ਅੱਜ ਫਿਰ ਤੁਸੀਂ ਬਾਹਰ ਨਿਕਲੋ। ਬਾਹਰ ਕੱਢ ਕੇ ਮੈਨੂੰ ਉਹਨਾਂ ਨੇ ਇੱਕ ਬਹੁਤ ਕੰਡਿਆਲੀ ਬੂਟੀ, ਜਿਵੇਂ ਆਪਾਂ ਕੰਡਿਆਈ ਕਹਿ ਦਿੰਦੇ ਹਾਂ ਨਾ ਜੀ, ਇਸ ਤੋਂ ਵੀ ਭੈੜੀ ਸੀ, ਜਿਹੜੀ ਮਾੜੀ ਜੀ ਨਾਲ ਸਰੀਰ ਦੇ ਲੱਗਦੀ ਸੀ ਅਤੇ ਥੱਫੜ ਪਾ ਦਿੰਦੀ ਸੀਗੀ। ਉਹ ਸਪੈਸ਼ਲ ਉੱਥੋਂ ਉਹਨਾਂ ਨੇ ਬੀਜੀ ਹੋਈ ਸੀ ਜਲ, ਮੈਨੂੰ ਲੱਗਦਾ। ਅਤੇ ਉਹ ਮੈਨੂੰ ਜੀ ਉਹਨੇ ਕਿਹਾ ਵੀ ਆ ਦਾਤੀ ਫੜ ਅਤੇ ਇਹਨੂੰ ਕੱਟ। ਅਤੇ ਇਕੱਲੇ ਤੇੜ ਕਸ਼ਹਿਰਾ ਹੁੰਦਾ ਸੀਗਾ, ਬਾਕੀ ਤਾਂ ਨਾ ਬਨੈਣ ਨਾ ਉੱਤੇ ਕੁੜਤਾ, ਕਿਸੇ ਤਰ੍ਹਾਂ ਦਾ ਕੁਛ ਨਹੀਂ ਸੀਗਾ। ਉਹਨਾਂ ਦਿਨਾਂ ਵਿੱਚ ਬਿਲਕੁਲ ਇਸੇ ਤਰ੍ਹਾਂ ਅਸੀਂ 7-8 ਮਹੀਨੇ ਰਹੇ ਹਾਂ ਜੀ। ਅਤੇ ਉਹ ਜਦੋਂ ਮੈਂ ਉਹਨੂੰ ਕੱਟ ਦਿੱਤੀ, ਉਹ ਲੜੇ ਬਹੁਤ ਜ਼ਿਆਦਾ। ਮੈਨੂੰ ਕਹਿਣ ਲੱਗਾ ਹੁਣ ਇਹਨੂੰ ਚੁੱਕਣਾ ਵੀ ਕਿਵੇਂ, ਜੱਫਾ ਪਾ ਕੇ। ਅਤੇ ਉਹ ਜਦੋਂ ਸਰੀਰ ਨਾਲ ਲੱਗਦੀ ਅਤੇ ਉਹਨੇ ਮਤਲਬ ਕਿ ਜਾਨ ਕੱਢਣ ਵਾਲੀ ਕਰ ਦੇਣੀ। ਅਤੇ ਮੁੜ ਕੇ ਮੈਂ ਉਹਨੂੰ ਕਿਹਾ, ਮੈਂ ਸਰ ਵੀ ਮੈਂ ਨਹਾ ਲਵਾਂ, ਥੋੜ੍ਹਾ ਬੜਾ ਪਾਣੀ ਉੱਤੇ ਪਿੰਡ ਦੇ ਪਾ ਲਾਂ, ਬਹੁਤ ਮੇਰੇ ਜ਼ਿਆਦਾ ਖਾਜ ਹੋ ਰਹੀ ਹੈ, ਧੱਫੜ ਪੈ ਗਏ ਨੇ। ਉਹ ਮੈਨੂੰ ਕਹਿੰਦਾ ਨਹੀਂ। ਇਸੇ ਤਰ੍ਹਾਂ ਉਹਨੇ ਮੈਨੂੰ ਮੁੜ ਕੇ ਫਿਰ ਚੱਕੀ 'ਚ ਬੰਦ ਕਰ ਦਿੱਤਾ ਅਤੇ ਨਾਲ ਹਦਾਇਤ ਕੀਤੀ, ਕਹਿੰਦਾ ਸਾਡੇ ਕੋਲ ਇਹੋ ਜਿਹੇ 52 ਮਤਲਬ ਕਿ ਸਾਡੇ ਕੋਲ ਇਹ ਐਸੇ ਮਤਲਬ ਕਿ ਜ਼ੁਲਮ ਕਰਨ ਦੇ, ਤਸ਼ੱਦਦ ਕਰਨ ਦਾ ਢੰਗ ਹੈ, ਨਾ ਅਸੀਂ ਮਰਨ ਦੇਵਾਂਗੇ ਨਾ ਅਸੀਂ ਜਿਉਣ ਦੇਵਾਂਗੇ। ਅਤੇ ਮਤਲਬ ਕਿ ਇੰਨੀ ਉਹ ਤਕਰੀਬਨ 3-4 ਦਿਨ ਮੇਰੀ ਉਹ ਹਾਲਾਤ ਇੰਨੀ ਮਾੜੀ ਰਹੀ ਕਿ ਮੇਰੇ ਮਤਲਬ ਕਿ ਸਰੀਰ 'ਤੇ ਧੱਫੜ ਹੋ ਗਏ ਬਹੁਤ ਜ਼ਿਆਦਾ। ਅਤੇ ਮਤਲਬ ਕਿ ਖਾਜ ਮਕਰਾਂ ਤਾਂ ਬਹੁਤ ਜ਼ਿਆਦਾ ਉਹ ਮਤਲਬ ਕਿ ਮਹਿਸੂਸ ਹੁੰਦੀ ਸੀਗੀ। ਸੋ ਮਤਲਬ ਕਿ ਇਉਂ ਉਹ ਤਸ਼ੱਦਦ ਜਾਣੀ ਕਰਦੇ ਸੀਗੇ ਉੱਥੇ ਜੀ। ਬਾਬਾ ਜੀ ਜਦੋਂ ਦਾ ਉਹ ਟਾਈਮ ਸਪੈਂਡ ਕਰਨਾ ਕਹਿ ਲਈਏ, ਜਿਹੜਾ ਟਾਈਮ ਬਿਤਾਉਣਾ ਬਹੁਤ ਔਖਾ ਹੁੰਦਾ ਇਕੱਲੇ ਬੰਦੇ ਨੂੰ। ਜੇਲ੍ਹ ਦੇ ਵਿੱਚ ਤੁਸੀਂ ਕਿੱਦਾਂ ਦਾ ਜਿਹੜਾ ਤੁਹਾਡਾ ਟਾਈਮ ਲੰਘਦਾ ਸੀ ਦਿਨ ਦੇ ਵਿੱਚ ਜਾਂ ਰਾਤ ਦੇ ਵਿੱਚ, ਤੁਸੀਂ ਕੀ ਕਰਦੇ ਸੀ? ਸਭ ਤੋਂ ਵੱਡਾ ਉੱਥੇ ਪਰਮੇਸ਼ਰ ਦਾ ਨਾਮ, ਕਿਉਂਕਿ ਸਤਿਗੁਰੂ ਦੀ ਕਿਰਪਾ ਵਿੱਚ ਨਾਲ, ਮਹਾਰਾਜ ਦੀ ਬਖਸ਼ਿਸ਼ ਨਾਲ ਦਮਦਮੀ ਟਕਸਾਲ ਵਿੱਚ ਰਹਿਣ ਕਰਕੇ ਬਾਣੀਆਂ ਮੈਨੂੰ ਕੰਠ ਸੀਗੇ। ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ ਦਾ ਨਿਤਨੇਮ, ਸ਼ਾਮ ਦੀਆਂ ਬਾਣੀਆਂ ਦਾ ਨਿਤਨੇਮ, ਫਿਰ ਮੂਲ ਮੰਤਰ ਦਾ ਪਾਠ ਕਰੀ ਜਾਣਾ। ਮਤਲਬ ਕਿ ਗੁਰਬਾਣੀ ਦੇ ਹੀ ਆਸਰੇ ਉੱਥੇ ਸਮਾਂ ਕੱਟਿਆ, ਜਦ ਕਿ ਸਾਨੂੰ ਕਿਸੇ ਨਾਲ ਬੋਲਣ ਦਾ ਕੋਈ ਆਰਡਰ ਨਹੀਂ ਸੀ, ਕਿਸੇ ਨਾਲ ਗੱਲ ਕਰਨ ਦਾ ਕੋਈ ਆਰਡਰ ਨਹੀਂ ਸੀ, ਨਾ ਕਿਸੇ ਵੱਲ ਝਾਕਣ ਦਾ ਆਰਡਰ ਸੀ। ਜਿਹੜੀ ਚੱਕੀ 'ਚ ਬੰਦ ਸੀ ਅਸੀਂ, ਉਹਦੇ ਤਕਰੀਬਨ 3 ਦਰਵਾਜ਼ੇ ਸੀ। ਪਹਿਲਾ ਦਰਵਾਜ਼ਾ, ਦੂਜਾ ਦਰਵਾਜ਼ਾ, ਫਿਰ ਤੀਜਾ ਦਰਵਾਜ਼ਾ। ਕੋਈ ਵੀ ਮਤਲਬ ਕਿ ਬੰਦਾ ਤਾਂ ਕੀ, ਕੋਈ ਪਰਿੰਦਾ ਵੀ ਨਹੀਂ ਸੀ ਦਿਖਦਾ। ਅਤੇ ਕਦੋਂ ਦਿਨ ਚੜ੍ਹ ਗਿਆ, ਕਦੋਂ ਰਾਤ ਪੈ ਗਈ, ਕੋਈ ਇੰਨੀ ਮਹਿਸੂਸ ਨਹੀਂ ਸੀ ਹੁੰਦੀ। ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਨੇ ਇਸ ਢੰਗ ਨਾਲ ਸਾਨੂੰ ਰੱਖਿਆ ਗਿਆ। ਅਜਮੇਰ ਜੇਲ੍ਹ ਵਿੱਚ, ਜੋਧਪੁਰ ਅਸੀਂ ਠੀਕ ਰਹੇ, ਜੋਧਪੁਰ ਆ ਕੇ ਅਸੀਂ ਠੀਕ ਰਹੇ ਹਾਂ। ਤਕਰੀਬਨ ਸਾਰੇ ਸਿੰਘ ਇਕੱਠੇ ਹੋ ਗਏ ਸੀਗੇ ਉੱਥੇ। ਤਾਂ ਕੱਲਾ ਸਿੰਘ ਉਹਨਾਂ ਨੇ ਬੜੇ ਮਤਲਬ ਕਿ ਤਸ਼ੱਦਦ ਭਰੇ ਜ਼ੁਲਮ ਰਾਹੀਂ ਸਾਨੂੰ ਉੱਥੇ ਉਹਨਾਂ ਨੇ ਮਤਲਬ ਕਿ ਉੱਥੇ ਰੱਖਿਆ ਹੋਇਆ ਸੀਗਾ ਜੀ, ਅਜਮੇਰ ਜੇਲ੍ਹ ਵਿੱਚ। ਜੋਧਪੁਰ ਜੇਲ੍ਹ ਵਿੱਚ ਫਿਰ ਸਾਰੇ ਸਿੰਘ ਇਕੱਠੇ ਹੋ ਗਏ। ਅਸੀਂ ਫਿਰ ਅਦਾਲਤ ਸਾਡੀ ਅੰਦਰੇ ਲੱਗਦੀ ਸੀਗੀ, ਉਹਨਾਂ ਨੂੰ ਅਸੀਂ ਮਤਲਬ ਕਿ ਬੇਨਤੀ ਕੀਤੀ ਅਦਾਲਤ ਜੱਜ ਸਾਹਿਬ ਨੂੰ ਵੀ ਸਾਨੂੰ ਕੁਝ ਪੋਥੀਆਂ, ਸਾਡੇ ਸਾਜ਼ ਮਿਲਣੇ ਚਾਹੀਦੇ ਨੇ। ਉਹਨਾਂ ਨੇ ਫਿਰ ਆਰਡਰ ਕਰ ਦਿੱਤਾ ਵੀ ਪੋਥੀਆਂ ਗੁਰਬਾਣੀ ਦੀਆਂ ਅਤੇ ਸਾਜ਼, ਸੰਗੀਤ, ਬਾਜਾ, ਤਬਲਾ, ਅਤੇ ਮੈਂ ਤਾਂ ਉਹਦਾ ਮੈਂਡੋਲੀਅਨ ਵੀ ਲੈ ਕੇ ਗਿਆ ਸੀ, ਲੈ ਕੇ ਮੰਗਾ ਲਿਆ ਸੀਗਾ ਅੰਦਰ। ਸੋ ਇਉਂ ਮਤਲਬ ਕਿ ਫਿਰ ਸਾਨੂੰ ਉੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਧੀਆ ਸਮਾਂ ਜਿਹੜਾ ਸੀਗਾ, ਗੁਰਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸਿਖਾਉਂਦੇ ਹਾਂ, ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਉਹ ਸਮਾਂ ਲੰਘਦਾ ਗਿਆ ਜੀ ਉੱਥੇ। ਬਾਬਾ ਜੀ, ਇੱਕ
84 ਤੋਂ ਬਾਅਦ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਜ਼ਿਆਦਾ ਰੋਹ ਸੀ। ਫੋਰਨ ਕੰਟਰੀਆਂ ਦੇ ਵਿੱਚ ਪੂਰੀ ਸਿੱਖ ਕੌਮ ਨੌਜਵਾਨ ਰੋਹ 'ਚ ਆ ਗਏ ਸੀ। ਜਗ੍ਹਾ ਜਗ੍ਹਾ ਰੋਸ ਮੁਜ਼ਾਹਰੇ ਹੋਏ ਨੇ। ਤੇ ਉਸ ਤੋਂ ਬਾਅਦ 31 ਅਕਤੂਬਰ ਦਾ ਦਿਨ ਆਉਂਦਾ ਜਦੋਂ ਇੰਦਰਾ ਗਾਂਧੀ ਨੂੰ ਜੇ ਕਹਿ ਲਈਏ ਮਾਰ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਉਦੋਂ ਗੱਲਾਂ ਦਾ ਪਤਾ ਲੱਗ ਗਿਆ ਸੀ। ਉਦੋਂ ਬਾਅਦ ਸਿੱਖਾਂ ਤੇ ਉਦੋਂ ਵੀ ਜ਼ਿਆਦਾ ਤਸ਼ੱਦਦ ਹੋਣ ਲੱਗ ਗਿਆ ਸੀ। ਅੰਦਰ ਤੁਹਾਡੇ ਕੋਲੇ ਗੱਲਾਂ ਬਾਤਾਂ ਜਾਣ ਲੱਗ ਗਈਆਂ ਸੀ ਇਹ? ਨਹੀਂ, ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਗਈ ਤੇ ਸਾਨੂੰ ਬਾਅਦ ਚ ਬਾਹਰ ਆ ਕੇ ਪਤਾ ਲੱਗਿਆ ਸੀ। ਸਾਨੂੰ ਬਾਹਰ ਇਹ ਵੀ ਮਤਲਬ ਕਿ ਉਦੋਂ ਇਹ ਵੀ ਗੱਲ ਦਾ ਪਤਾ ਲੱਗਿਆ ਸੀ ਜਦੋਂ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ, ਜੇਲ੍ਹ ਦੇ ਵਿੱਚ ਕਹਿੰਦੇ ਮਤਲਬ ਕਿ ਜਿਹੜੇ ਜੇਲਰ ਸੀਗੇ ਜਾਂ ਜਿਹੜੇ ਮਤਸਬੀ ਮੁਲਾਜ਼ਮ ਸੀ ਉਹਨਾਂ ਨੇ ਸਾਨੂੰ ਮਤਲਬ ਕਿ ਮਾਰਨ ਵਾਸਤੇ, ਸਾੜਨ ਵਾਸਤੇ ਤੇਲ ਆਦਿ ਦਾ ਵੀ ਪ੍ਰਬੰਧ ਕਰ ਲਿਆ ਸੀ ਵੀ ਇਹਨਾਂ ਨੂੰ ਅੰਦਰ ਹੀ ਮਾਰ ਦਿਓ ਇੱਥੇ। ਤੇ ਪਰ ਲੇਕਿਨ ਉਹ ਗੱਲ ਉਹਨਾਂ ਦੀ ਸਿਰੇ ਨਹੀਂ ਚੜ੍ਹ ਸਕੀ। ਤੇ ਇੰਦਰਾ ਗਾਂਧੀ ਦੇ ਮਰਨ ਦਾ ਵੀ ਜਾਣੀ ਜਿਹੜੇ ਦਿੱਲੀ ਵਿੱਚ ਜਿੰਨੇ ਵੀ ਬਾਅਦ ਦੇ ਵਿੱਚ ਕਤਲੇਆਮ ਕੀਤਾ ਗਿਆ, ਨਸਲਕੁਸ਼ੀ ਕੀਤੀ ਗਈ, ਉਹ ਵੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਤਕਰੀਬਨ ਕੋਈ 4-5 ਮਹੀਨਿਆਂ ਬਾਅਦ। ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਜੀ। ਚਲੋ ਬਾਬਾ ਜੀ, ਜੇ ਹੁਣ ਦੀ ਗੱਲ ਕਰੀਏ ਉਸ ਤੋਂ ਬਾਅਦ ਤੁਸੀਂ 89 ਦੇ ਵਿੱਚ ਤਕਰੀਬਨ ਇੱਥੇ ਆ ਗਏ ਹੋ ਜੇਲ੍ਹ ਤੋਂ ਬਾਹਰ। ਉਸ ਤੋਂ ਬਾਅਦ ਵਾਲੀ ਜ਼ਿੰਦਗੀ ਕਿੱਦਾਂ ਦੀ ਹੈ ਹੁਣ? ਉਸ ਤੋਂ ਬਾਅਦ ਆ ਕੇ ਜੀ ਮੈਂ ਮਤਲਬ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਆਪਣੀ ਮੁਲਾਜ਼ਮਤਾ ਦੇ ਵਿੱਚ ਜਾ ਕੇ ਹਾਜ਼ਰ ਹੋ ਗਿਆ ਸੀਗਾ। ਮੈਂ ਬਤੌਰ ਰਾਗੀ ਸਿੰਘ ਸਾਹਿਬ ਦੀ ਸੇਵਾ ਨਿਭਾਉਂਦਾ ਸੀਗਾ। ਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੈਂ ਵਾਪਸ ਚਲਾ ਗਿਆ ਸੀ। ਤੇ ਉਸ ਤੋਂ ਬਾਅਦ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ ਭੋਰਾ ਸਾਹਿਬ ਜਿਹੜਾ ਪ੍ਰਕਰਮਾਂ ਦੇ ਵਿੱਚ ਆ, ਉੱਥੇ ਕੋਈ ਸੇਵਾ ਕੀਤੀ। ਉਸ ਤੋਂ ਬਾਅਦ ਫਿਰ ਮੈਂ ਮਤਲਬ ਕਿ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਕੇ ਤਾਂ ਇੱਥੇ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਜਿਹੜਾ ਨਾਭੇ ਵਿਖੇ ਸਥਿਤ ਹੈ, ਮੇਰੇ ਘਰ ਦੇ ਨਾਲ ਹੀ ਹੈ, ਉੱਥੇ ਮੈਂ ਫਿਰ ਬਤੌਰ ਰਾਗੀ ਸਿੰਘ ਹਾਜ਼ਰ ਹੋ ਗਿਆ ਸੀਗਾ। ਤੇ ਇੱਥੇ ਰਹਿੰਦਿਆਂ ਹੋਇਆਂ ਕੁਝ ਸਮਾਂ ਮਤਲਬ ਕਿ ਮੈਂ ਸੇਵਾ ਇੱਥੇ ਨਿਭਾਈ। ਤੇ ਇੱਥੇ ਮੇਰੇ ਤੇ ਕੁਝ ਸਮਾਂ ਮਤਲਬ ਕਿ ਸਰਕਾਰ ਨੇ ਪੂਰੀ ਨਿਗਾਹ ਰੱਖੀ ਤੇ ਸੰਗਰੂਰ ਦੇ ਐਸਐਸਪੀ ਨੇ ਮੇਰੇ ਤੇ ਇੱਥੇ ਤਸ਼ੱਦਦ ਵੀ ਕੀਤਾ ਚੁੱਕ ਕੇ। ਤੇ ਪਰ ਲੇਕਿਨ ਉਹਨਾਂ ਨੂੰ ਮਿਲਿਆ ਕੁਛ ਨਹੀਂ। ਸਾਰੇ ਸਿੰਘਾਂ ਨੇ ਪੈਰਵਾਈ ਕਰਕੇ ਉਹਨਾਂ ਨੇ ਸਮਝਾਇਆ ਉਹਨੂੰ ਵੀ ਇਹ ਬੰਦੇ ਦਾ ਜਿਹੜਾ ਸੋਸ਼ਲ ਵਰਕ ਹੈ ਉਹ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਹੈ, ਵੀ ਇਹਦਾ ਕੋਈ ਤਾਲੁਕਾਤ ਨਹੀਂ ਕਿਸੇ ਨਾਲ। ਸੋ ਇਸ ਢੰਗ ਨਾਲ ਬਾਅਦ ਦੇ ਵਿੱਚ ਮੇਰੇ ਨਾਲ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਪੁਲਿਸ ਵੱਲੋਂ ਵੀ ਧੱਕੇਸ਼ਾਹੀ ਨਹੀਂ ਕੀਤੀ। ਪਹਿਲਾਂ ਜ਼ਰੂਰ ਹੋਈ ਇੱਕ ਵਾਰੀ, ਉਹ ਵੀ ਬਹੁਤ ਜ਼ਿਆਦਾ ਮਤਲਬ ਕਿ ਇੰਨੀ ਜ਼ਿਆਦਾ ਕੀਤੀ ਕਿ ਮੈਨੂੰ ਮਾਰਨ ਤੱਕ ਵੀ ਇਹ ਗੱਲਾਂ ਕੀਤੀਆਂ ਗਈਆਂ। ਪਰ ਲੇਕਿਨ ਜਾਮ ਗੁਰੂ ਹੈ ਬਲ ਤਨੈ ਕਿਆ ਗਰਭ ਦੀਜੈ, ਜਾਮ ਗੁਰੂ ਹੈ ਬਲ ਲਖ ਬਾਹੀਂ ਕਿਆ ਕੀਜੈ, ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਵਾਲੀ। ਇਹ ਇੱਥੇ ਪ੍ਰਤੱਖ ਭਾਣਾ ਵਾਪਰਿਆ। ਸਿੰਘਾਂ ਨੂੰ ਪਤਾ ਹੈ, ਜਿਹੜੇ ਇੱਥੇ ਉਸ ਵੇਲੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਸਾਰਾ ਪਤਾ, ਕੁਝ ਸੰਗਤਾਂ ਨੂੰ ਵੀ ਪਤਾ ਹੈ। ਸੋ ਇੱਥੇ ਮੈਂ ਇਲਾਕੇ ਵਿੱਚ ਸੰਗਤਾਂ ਨਾਲ ਸੇਵਾ ਨਿਭਾਉਂਦਾ ਰਿਹਾ। ਫਿਰ ਮੈਨੂੰ ਕੁਝ ਸਿੰਘਾਂ ਨੇ ਬਾਹਰ ਮੰਗ ਕੀਤੀ ਵੀ ਸਾਨੂੰ ਤੁਸੀਂ ਇੱਥੇ ਆ ਕੇ ਗੁਰੂ ਘਰ ਦੀ ਜਿਹੜੀ ਕੀਰਤਨ ਦੀ ਦਾਤ ਆ ਉਹ ਦੇਵੋ ਤੇ ਦੱਸੋ ਆ ਕੇ। ਤੇ ਉਹਨਾਂ ਨੇ ਮੈਨੂੰ ਸਪਾਂਸਰ ਕੀਤਾ। ਫਿਰ ਮੈਂ ਤਕਰੀਬਨ 98 ਦੇ ਵਿੱਚ, ਉਦੋਂ ਪਹਿਲਾਂ 96 ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਲੜੀ ਤੇ ਜਿਹਦੇ ਵਿੱਚ ਥੋੜ੍ਹੀਆਂ ਜਿਹੀਆਂ ਵੋਟਾਂ ਤੋਂ ਉਹ ਮੈਂ ਮਤਲਬ ਕਿ ਪਛੜ ਗਿਆ ਸੀਗਾ। ਪਰ ਲੇਕਿਨ ਉਹ ਗੁਰੂ ਨੇ ਕਿਰਪਾ ਕੀਤੀ, ਜਿਵੇਂ ਆਮ ਸਿਆਣੇ ਕਹਿੰਦੇ ਨੇ ਕੁੱਬੇ ਦੇ ਮਾਰੀ ਲੱਤ ਰਾਸ ਆ ਗਈ। ਤੇ ਉਹ ਜੇ ਨਾ ਮਤਲਬ ਕਿ ਰਹਿੰਦਾ ਉਹ ਥੋੜ੍ਹੀਆਂ ਜਿਹੀਆਂ ਵੋਟਾਂ 'ਤੇ ਸ਼ਾਇਦ ਇੱਥੇ ਹੀ ਆਪਣੀ ਜ਼ਿੰਦਗੀ ਦੇ ਦਿਨ ਬਸਰ ਕਰਦਾ। ਪਰ ਲੇਕਿਨ ਗੁਰੂ ਸਾਹਿਬ ਦਾ ਬਚਨ ਹੈ, ਨੱਕ ਨੱਥ ਖਸਮਾਤ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਆਪਦੀ ਪਰਾਲਬਧ ਅਨੁਸਾਰ ਤਕਰੀਬਨ ਮੈਂ 98 ਵਿੱਚ ਬਾਹਰ ਚਲਾ ਗਿਆ ਅਤੇ ਉੱਥੇ ਸੰਗਤਾਂ ਨੇ ਬੜਾ ਪ੍ਰੇਮ ਪਿਆਰ ਕੀਤਾ, ਬਹੁਤ ਪ੍ਰੇਮ ਪਿਆਰ ਕਰਦੇ ਨੇ। ਉਸ ਪ੍ਰੇਮ ਦਾ ਸਦਕਾ ਹੀ ਦਾਸ ਉੱਥੇ ਆਪਣੇ ਜੀਵਨ ਦਾ ਨਿਰਵਾਹ ਕਰ ਰਿਹਾ ਜੀ। ਬਾਬਾ ਜੀ, ਜਦੋਂ ਤੁਸੀਂ 99 ਦੇ ਵਿੱਚ ਬਾਹਰ ਆ ਗਏ ਸੀ, ਉਦੋਂ ਬਾਅਦ ਜਿਹੜਾ 99, 90, 92, 93 ਤੱਕ ਜਿਹੜੇ ਨੌਜਵਾਨ ਸੀ ਉਦੋਂ ਇੱਕ ਲਹਿਰ ਉੱਠੀ ਹੋਈ ਸੀ, ਉਹ ਰੋਸ ਸੀ, ਜਿਹੜੇ ਨੌਜਵਾਨ ਬਾਗੀ ਹੋ ਗਏ ਸੀ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਚੱਲਦੇ ਹੁੰਦੇ ਸੀ। ਤੇ ਉਦੋਂ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ ਹੁੰਦਾ ਸੀ? ਦੇਖੋ, ਉਦੋਂ ਅਸੀਂ ਸਿੰਘਾਂ ਦੇ ਮਤਲਬ ਕਿ ਜਿਹੜੇ ਮੁਕਾਬਲੇ ਕੀਤੇ ਜਾਂਦੇ ਸੀਗੇ, ਝੂਠੇ ਮੁਕਾਬਲੇ ਵਿੱਚ ਮਾਰਿਆ ਜਾਂਦਾ ਸੀ, ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ। ਜਿਵੇਂ ਨਿਰਮਲ ਸਿੰਘ ਨਿੰਮਾ ਨੌਰੇ ਪਿੰਡ ਤੋਂ ਸੀਗੇ, ਮੇਰੇ ਨਾਨਕੇ ਨੌਰੇ ਪਿੰਡ, ਉਹਨਾਂ ਦਾ ਸਰੀਰ ਮਤਲਬ ਕਿ ਪਟਿਆਲੇ ਤੋਂ ਅਸੀਂ ਆਪ ਜਾ ਕੇ ਲੈ ਕੇ ਆਏ, ਸੰਸਕਾਰ ਕੀਤਾ, ਉਹਨਾਂ ਦੇ ਭੋਗ ਅੰਤਮ ਸਾਰੀਆਂ ਰਸਮਾਂ ਅਦਾ ਕੀਤੀਆਂ। ਫਿਰ ਉਹਨਾਂ ਦੇ ਜਿਹੜੇ ਅਸਥ ਸੀਗੇ ਕੀਰਤਪੁਰ ਸਾਹਿਬ ਲੈ ਕੇ ਗਏ। ਇਸੇ ਤਰ੍ਹਾਂ ਭਾਈ ਗੁਰਮੁਖ ਸਿੰਘ ਪੜੀ ਪਨੈਚਾਂ ਤੋਂ ਇੱਥੇ ਸੀਗੇ, ਆਪਣੇ ਪੜੀ ਮਾਨਸਾ ਤੋਂ। ਸੋ ਇਸੇ ਤਰ੍ਹਾਂ ਚੀਨੇ ਪਿੰਡ ਤੋਂ ਅਸੀਂ ਮਤਲਬ
ਤੇ ਕਾਫੀ ਭਾਈ ਬਲਵਿੰਦਰ ਸਿੰਘ ਸੀਗੇ, ਆਪਣਾ ਭਾਈ ਦੀ ਇੱਥੇ ਯਾਦਵਿੰਦਰ ਸਿੰਘ, ਕਾਫੀ ਸਿੰਘ ਜਿਹੜੇ ਸੀਗੇ ਜਿਨ੍ਹਾਂ ਨੂੰ ਜਾਂ ਕੀਤਾ ਗਿਆ, ਜਿਹਨਾਂ ਨੂੰ ਸ਼ਹੀਦ ਕੀਤਾ ਗਿਆ। ਰੰਗੇੜੀ ਤੋਂ ਭਾਈ ਸੀਗੇ, ਰੰਗੇੜੀ ਤੋਂ ਗੁਰੂ ਪਿਆਰੇ। ਸੋ ਇਸ ਤਰ੍ਹਾਂ ਇਹ ਸਾਰੇ ਸਿੰਘਾਂ ਦੇ ਭੋਗਾਂ 'ਤੇ ਵੀ ਜਾਂਦੇ ਰਹੇ, ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਦੇ ਰਹੇ। ਲੇਕਿਨ ਬਹੁਤ ਮਨ ਵਿੱਚ ਇਹ ਆਉਂਦਾ ਸੀ, ਸਰਕਾਰ ਨੂੰ ਉਲਾਂਭਾ ਵੀ ਦਿੰਦੇ ਸੀ ਕਿ ਸਰਕਾਰ ਇਹ ਤੂੰ ਚੰਗਾ ਨਹੀਂ ਕਰ ਰਹੀ, ਕਿ ਨਜਾਇਜ਼ ਝੂਠੇ ਪੁਲਿਸ ਮੁਕਾਬਲੇ ਕਰਕੇ ਸਰਕਾਰ ਜੋ ਤੁਸੀਂ ਇਹ ਮਤਲਬ ਕਿ ਸਿੰਘਾਂ ਨੂੰ ਸ਼ਹੀਦ ਕਰ ਰਹੇ ਹੋ। ਅਤੇ ਉਹਦੇ ਵਿੱਚ ਬਾਅਦ ਵਿੱਚ ਫਿਰ ਕੁਛ ਘੁਸਪੈਠੀ ਵੀ ਰਲ ਗਏ ਸੀਗੇ, ਜਿਹੜੇ ਸਰਕਾਰ ਦੇ ਕੁਛ ਸੰਬੰਧਿਤ ਨਾਲ, ਸਰਕਾਰ ਨਾਲ ਮਤਲਬ ਕਿ ਉਹਦਾ ਸੰਬੰਧ ਰੱਖਣ ਵਾਲੇ ਸੀ, ਬਦਨਾਮ ਕਰਨ ਵਾਸਤੇ ਸਿੰਘਾਂ ਨੂੰ ਕਿ ਕਿਵੇਂ ਨਾ ਕਿਵੇਂ ਇਸ ਮੂਵਮੈਂਟ ਨੂੰ ਬਦਨਾਮ ਕੀਤਾ ਜਾਵੇ। ਉਹ ਵੀ ਸਾਰਾ ਕੁਝ ਦੇਖਿਆ। ਅਤੇ ਇੱਥੇ ਲਾਗੇ ਪਿੰਡ ਆ ਮੱਲੇਵਾਲ, ਬਾਬੇ ਦਰਸ਼ਨ ਸਿੰਘ ਜੀ ਹਨ ਇੱਥੋਂ ਦੇ ਸਿੰਘ, ਮੇਰੇ ਨਾਲ ਹੀ ਟਕਸਾਲ ਦੇ ਵਿੱਚ ਅਸੀਂ ਰਹੇ ਹਾਂ। ਅਤੇ ਉਹਨਾਂ 'ਤੇ ਵੀ ਇੱਥੇ ਜ਼ੁਲਮ ਪਹਿਲਾਂ ਤਸ਼ੱਦਦ ਕੀਤਾ ਗਿਆ, ਫਿਰ ਬਾਅਦ ਦੇ ਵਿੱਚ ਇੱਥੇ ਕਾਫੀ ਸੰਘਰਸ਼ ਹੋਇਆ। ਸੋ ਪੰਜ ਪਿਆਰੇ ਇੱਥੇ ਅੰਮ੍ਰਿਤ ਛਕਾਉਣ ਵਾਸਤੇ ਆਏ ਸਨ। ਸੋ ਉਹ ਵੀ ਸਰਕਾਰ ਨੇ ਮਤਲਬ ਕਿ ਰੋਕਣ ਦਾ ਯਤਨ ਕੀਤਾ। ਇਉਂ ਇਹ ਸਾਰਾ ਕੁਝ ਸੰਘਰਸ਼ ਦੇ ਵਿੱਚ ਚੱਲਦਾ ਰਿਹਾ। ਪਰ ਲੇਕਿਨ ਮਨ ਵਿੱਚ ਇਹ ਦੁੱਖ ਜ਼ਰੂਰ ਮਹਿਸੂਸ ਹੁੰਦਾ ਸੀਗਾ, ਜਿੰਨੇ ਜੋਗੇ ਅਸੀਂ ਸੀਗੇ ਉਹਦਾ ਹਾਦਾ ਨਾਰਾ ਮਾਰਦੇ ਗਏ ਅਤੇ ਜਿੱਥੇ ਜਾਣ ਦਾ ਸਾਡਾ ਸਬੱਬ ਬਣਿਆ ਉੱਥੇ ਜਾਂਦੇ ਰਹੇ। ਅਤੇ ਜਿੱਥੇ ਸਰਕਾਰ ਨੂੰ ਮਤਲਬ ਪ੍ਰਸ਼ਾਸਨ ਨੂੰ ਕਹਿਣ ਦੀ ਗੱਲ ਹੁੰਦੀ ਸੀ, ਉੱਥੇ ਵੀ ਡਟ ਕੇ ਪੂਰਾ ਕਿਹਾ ਕਿ ਤੁਸੀਂ ਇਹ ਧੱਕਾ ਕਰ ਰਹੇ ਹੋ, ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਕਰ ਰਹੇ ਹੋ, ਇਹ ਤੁਹਾਨੂੰ ਜ਼ਰੂਰ ਇੱਕ ਦਿਨ ਭੁਗਤਣਾ ਪੈਣਾ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਭਾਣਾ ਵਰਤਾ ਰਹੇ ਹੋ। ਬਾਬਾ ਜੀ ਜੇ ਦੇਖੀਏ ਹੁਣ ਵੀ ਜਦੋਂ ਕਦੇ ਦਰਬਾਰ ਸਾਹਿਬ ਜਾਂਦੇ ਹੋ, ਪਿਛਲੇ ਦਿਨ ਅਸੀਂ ਵੀ ਜਾ ਕੇ ਆਏ ਹਾਂ, ਅਤੇ ਕੋਈ ਜਿਹੜਾ ਉਦੋਂ ਦੀਆਂ ਨਿਸ਼ਾਨੀਆਂ ਨਹੀਂ ਹੁਣ ਤੱਕ ਉੱਥੇ ਹੈਗੀਆਂ, ਉਹ ਜਾਣ ਕੇ ਮਿਟਾ ਦਿੱਤੀਆਂ ਗਈਆਂ ਨੇ। ਉਹ ਕੀ ਕਾਰਨ ਹੈ? ਜਾਂ ਤੁਸੀਂ ਜਦੋਂ ਉੱਥੇ ਜਾਂਦੇ ਹੋ ਉਦੋਂ ਮਨ 'ਚ ਕੀ ਚੱਲਦਾ ਹੈ? ਦੇਖੋ, ਇਹ ਸਰਕਾਰਾਂ ਦਾ ਜਾਂ ਮਿਲੀ ਭੁਗਤ ਸਮੇਂ ਦੇ ਜਿਹੜੇ ਪ੍ਰਬੰਧਕ ਨੇ ਉਹ ਇਹ ਚੀਜ਼ ਨੂੰ ਭਲੀ ਭਾਂਤ ਜਾਣਦੇ ਨੇ। ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ, ਕਿਉਂਕਿ ਉਹ ਰੋਸ ਉਹ ਜਿਹੜਾ ਮਤਲਬ ਕਿ ਸੰਗਤਾਂ ਦੇ ਵਿੱਚ ਉਹ ਚੀਜ਼ ਨੂੰ ਦੇਖ ਕੇ ਆਉਂਦਾ, ਉਸ ਰੋਸ ਨੂੰ ਮਿਟਾਉਣ ਵਾਸਤੇ ਉਹ ਨਿਸ਼ਾਨ ਮਿਟਾਏ ਜਾਂਦੇ ਨੇ। ਜੇ ਜੇਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ ਨੇ ਘੱਲੂ ਘਾਰਾ ਉੱਥੇ ਕੀਤਾ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ, ਤਾਂ ਉਹਦੇ ਨਿਸ਼ਾਨ ਅੱਜ ਵੀ ਸਾਨੂੰ ਉੱਥੇ ਮਿਲਦੇ ਨੇ। ਕੁਝ ਕੰਧਾਂ ਦੇ ਉੱਤੇ ਵੀ ਇੱਥੇ ਗੋਲੀ ਚੱਲੀ ਸੀ ਅਤੇ ਇੱਥੇ ਸਿੰਘ ਸ਼ਹੀਦ ਹੋਏ ਸੀਗੇ। ਅਤੇ ਦਰਬਾਰ ਸਾਹਿਬ ਦੇ ਵਿੱਚ ਅਨੇਕਾਂ ਜਿਹੜੇ ਨਿਸ਼ਾਨ ਸੀਗੇ ਉਹ ਮਤਲਬ ਕਿ ਮਿਟਾ ਦਿੱਤੇ ਗਏ ਨੇ। ਕੁਝ ਨਿਸ਼ਾਨ ਅਜੇ ਰੱਖੇ ਨੇ। ਮਹਾਰਾਜ ਕਿਰਪਾ ਕਰਨ, ਸਮੱਤ ਬਖਸ਼ਣ ਉਹਨਾਂ ਨੂੰ, ਉਹ ਨਿਸ਼ਾਨ ਨਾ ਮਿਟਾਉਣ। ਜਿਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਦੋਂ ਆਪਾਂ ਸਨਮੁਖ ਖੜ੍ਹਦੇ ਹਾਂ ਤਾਂ ਖੱਬੇ ਪਾਸੇ ਇੱਕ ਲਾਲ ਬਿਲਡਿੰਗ ਦਿਖਦੀ ਹੈ ਜਿਹੜੀ ਡਿਊਟੀ ਹੈ, ਉਸ ਡਿਊਟੀ ਦੇ ਉੱਤੇ ਸਾਰੇ ਨਿਸ਼ਾਨ ਉਹ ਉਸੇ ਤਰ੍ਹਾਂ ਕਾਇਮ ਨੇ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸਮੇਂ ਦੇ ਪ੍ਰਬੰਧਕਾਂ ਨੂੰ ਇਹ ਸਮਰੱਥਾ ਸਮੱਤ ਬਖਸ਼ਣ, ਤਾਂ ਕਿ ਭਾਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹੀਦੀ ਸਥਾਨ ਉਹਨਾਂ ਦਾ ਪ੍ਰਕਰਮਾਂ ਦੇ ਵਿੱਚ ਬਣ ਚੁੱਕਿਆ ਹੈ ਅਤੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਨਾਮ ਵੀ ਉੱਥੇ ਅੰਕਿਤ ਕਰ ਦਿੱਤੇ ਗਏ ਨੇ। ਥੱਲੇ ਗੈਲਰੀ ਵੀ ਬਣ ਰਹੀ ਹੈ। ਬੜਾ ਵੱਡਾ ਮਤਲਬ ਕਿ ਇਹ ਉਦਮ ਹੈ, ਇਹ ਸ਼ਲਾਘਾਯੋਗ ਹੈ। ਇਹ ਬੜੀ ਵਧੀਆ ਗੱਲ ਕੀਤੀ ਹੈ ਜੋ ਮਤਲਬ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਸਮੁੱਚੇ ਸੰਪਰਦਾਵਾਂ ਨੇ ਅਤੇ ਦਮਦਮੀ ਟਕਸਾਲ ਦੇ ਜਿਹੜੇ ਗੁਰਮੁਖ ਪਿਆਰੇ ਭਾਈ ਹਰਨਾਮ ਸਿੰਘ ਜੀ ਹੋਣੀ ਨੇ, ਉਹਨਾਂ ਨੇ ਵੀ ਸਾਰਿਆਂ ਨੇ ਇਹ ਵਧੀਆ ਉਦਮ ਕੀਤਾ। ਅਤੇ ਜਿਹੜਾ ਉੱਥੇ ਮਹਾਂਪੁਰਖਾਂ ਦੀ ਯਾਦ ਵਿੱਚ, ਸ਼ਹੀਦਾਂ ਦੀ ਯਾਦ ਵਿੱਚ ਇੱਕ ਜਗ੍ਹਾ ਨੀਅਤ ਕਰ ਦਿੱਤੀ ਹੈ। ਬਾਕੀ ਜਿਹੜੇ ਨਿਸ਼ਾਨ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਵੀ ਨਿਸ਼ਾਨ ਸੀਗੇ, ਉਹ ਵੀ ਮੇਟ ਦਿੱਤੇ ਗਏ ਨੇ। ਬਾਕੀ ਪ੍ਰਕਰਮਾਂ ਵਿੱਚ ਬਹੁਤ ਨਿਸ਼ਾਨ ਸੀਗੇ, ਉਹ ਮੇਟ ਦਿੱਤੇ ਗਏ ਨੇ। ਕੇਵਲ ਇੱਕੋ ਜਗ੍ਹਾ ਦੇ ਉੱਤੇ ਨਿਸ਼ਾਨ ਰਹਿ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਤਾਂ ਇਹੋ ਅਰਦਾਸ ਬੇਨਤੀ ਕਰਦਾ ਗੁਰੂ ਰਾਮਦਾਸ ਮਹਾਰਾਜ ਉਹਨਾਂ ਪ੍ਰਬੰਧਕਾਂ ਨੂੰ ਇਹ ਸਮੱਤ ਬਖਸ਼ਣੀ ਕਿ ਉਹ ਨਿਸ਼ਾਨ ਜਿਹੜੇ ਨੇ ਸਾਨੂੰ ਯਾਦ ਤਾਜ਼ੀ ਕਰਵਾਉਂਦੇ ਰਹਿਣ ਕਿ 1984 ਨੂੰ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਨ ਵਾਲੀ ਜ਼ਾਲਮ ਸਰਕਾਰ ਦੀਆਂ ਤੋਪਾਂ, ਗੋਲਿਆਂ ਅਤੇ ਗੋਲੀਆਂ ਦੇ ਇਹ ਨਿਸ਼ਾਨ ਨੇ ਜਿਹੜੇ ਅੱਜ ਵੀ ਕਾਇਮ ਨੇ। ਬਾਬਾ ਜੀ ਇੱਕ ਲਾਸਟ ਸਵਾਲ ਹੈ ਜੀ ਮੇਰਾ ਅੱਜ ਦੇ ਹਾਲਾਤਾਂ ਨੂੰ ਲੈ ਕੇ। ਅੱਜ ਵੀ ਕੌਮ ਦੇ ਵਿੱਚ ਜਿੱਦਾਂ ਪਹਿਲਾਂ ਸੀ ਉਹੀ ਵੰਡੀਆਂ ਅੱਜ ਨੇ, ਕੋਈ ਆਪਣਾ ਅੱਡ ਪਰੰਪਰਾ ਹੈ, ਕੋਈ ਕਿਸੇ ਪਾਸੋਂ ਹੈ। ਅੱਜ ਤੁਹਾਡੀ ਨਿਗਾਹ ਦੇ ਵਿੱਚ ਅੱਜ ਕੌਮ ਕੋਲੇ ਕੋਈ ਪ੍ਰਚਾਰਕ ਹੈਗਾ ਜਿਹੜਾ ਇੱਕ ਲੜੀ 'ਚ ਪਰੋ ਸਕੇ? ਦੇਖੋ, ਬੇਨਤੀ ਹੈ, ਪ੍ਰਚਾਰਕ ਸਾਡੇ ਕੋਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾਂ ਵਿਛਾਏ, ਮਿਲਵੇ ਕੀ ਮਹਿਮਾ ਵਰਣਨ ਸਾਕੋ, ਨਾਨਕ ਪਰੈ ਪਰੀ ਲਾਏ। ਇਦੋਂ ਵੱਡਾ ਸਾਡੇ ਕੋਲ ਲੀਡਰ ਹੋਰ ਕੌਣ ਹੋ ਸਕਦਾ? ਪਰ ਸਾਡੀ ਬਦਕਿਸਮਤੀ ਹੈ, ਅਸੀਂ ਕਹਿੰਦੇ ਕੁਛ ਹਾਂ, ਕਰਦੇ ਕੁਛ ਹਾਂ
ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਅਦੂਲੀ ਕਰਦੇ ਹਾਂ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ। ਇਸ ਕਰਕੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ। ਇਸ ਕਰਕੇ ਚੋਟਾਂ ਖਾ ਰਹੇ ਹਾਂ। ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰਸਿੱਖ ਦੀ ਅਰਦਾਸ ਬੇਨਤੀ ਹੋਈ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨੀ, ਤੇਰਾ ਇਹ ਪੰਥ ਹੈ, ਤੇਰੀ ਇਹ ਕੌਮ ਹੈ, ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਸਮੱਤ ਬਖਸ਼ੋ। ਇਹ ਇੱਕ ਨਿਸ਼ਾਨ ਦੇ ਥੱਲੇ ਰਹਿ ਕੇ ਆਪਣੇ ਹੱਕ ਹਕੂਕ ਅਤੇ ਚੜ੍ਹਦੀ ਕਲਾ ਦੇ ਲਈ ਆਪਣਾ ਜੀਵਨ ਬਸਰ ਕਰਨ। ਇਹੀ ਬੇਨਤੀ ਮਹਾਰਾਜ ਦੇ ਚਰਨਾਂ ਵਿੱਚ ਹੈ। ਬਾਕੀ ਹੁਣ ਤਾਂ ਇਹ ਹਾਲਾਤ ਨੇ ਭਾਈ ਸੁਖਬੀਰ ਸਿੰਘ ਜੀ, ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਹੁਣ ਤਾਂ ਜਿਹੜੇ ਹਾਲਾਤ ਨੇ ਬਹੁਤ, ਨਾ ਧਾਰਮਿਕ, ਨਾ ਸਮਾਜਿਕ, ਨਾ ਰਾਜਨੀਤਿਕ, ਨਾ ਆਰਥਿਕ, ਕੁਛ ਨਹੀਂ ਦਿਖ ਰਿਹਾ। ਅਰਬਦ ਨਰਬਦ ਧੁੰਦੂਕਾਰਾ। ਇਸ ਵੇਲੇ ਤਾਂ ਧੁੰਦ ਦਾ ਹੀ ਸਾਰੇ ਪਸਾਰਾ ਪਸਰਿਆ ਹੋਇਆ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਆਉਂਦੇ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਬਚਨ ਨੇ, ਸੱਚ ਕਿਨਾਰੇ ਰਹਿ ਗਿਆ, ਸ਼ਰਮ ਧਰਮ ਦੋ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਹੁਣ ਤਾਂ ਜਿਹੜਾ ਕੂੜ ਤੇ ਝੂਠ ਹੀ ਚੱਲ ਰਿਹਾ। ਪਰ ਮਹਾਰਾਜ ਕਿਰਪਾ ਕਰਨ, ਫਿਰ ਵੀ ਸਤਿਗੁਰੂ ਜੀ ਕਿਰਪਾ ਕਰਨ, ਕੋਈ ਹਰਿਆ ਬੂਟ ਰਹੋਰੀ, ਕੋਈ ਹਰਿਆ ਬੂਟ, ਕੋਈ ਹਰਾ ਗੁਰੂ ਮਹਾਰਾਜ ਦੇ ਪਾਸੇ ਬੂਟਾ ਹੈ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਸਮੱਤ ਬਖਸ਼ਣ ਸਾਨੂੰ ਸਾਰਿਆਂ ਨੂੰ ਹੀ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ। ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਨਸ਼ਿਆਂ ਤੋਂ ਗਰੇਜ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਈਏ ਤਾਂ ਸਤਿਗੁਰੂ ਜੀ ਕਿਰਪਾ ਕਰਨਗੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਜਾਵੇਗਾ। ਜਿਹੜਾ ਰਾਜ ਭਾਗ ਦੀ ਗੱਲਬਾਤ ਹੈ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਨੇ ਕਿ ਜਦੋਂ ਧਰੂ ਨੇ ਪਿਤਾ ਨੂੰ ਪੁੱਛਿਆ ਸੀਗਾ, ਮਾਂ ਨੂੰ ਪੁੱਛਿਆ ਸੀਗਾ ਕਿ ਮਾਂ ਮੈਨੂੰ ਕਿਸ ਉਦਮ ਤੇ ਰਾਜ ਮਿਲਿਆ, ਸ਼ਤਰੂ ਤੇ ਸਭ ਹੋਵਣ ਮੀਤਾ। ਇਹ ਕਿਸ ਉਦਮ ਦੇ ਨਾਲ ਮੈਨੂੰ ਰਾਜ ਭਾਗ ਮਿਲੇ, ਸ਼ਤਰੂ ਮੇਰੇ ਬੈਰੀ ਕਿਵੇਂ ਮਿੱਤਰ ਬਣਨ। ਤਾਂ ਮਾਂ ਨੇ ਇੱਕੋ ਬਚਨ ਕਿਹਾ ਸੀ, ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤਿਤ ਪੁਨੀਤਾ। ਤਾਂ ਪਰਮੇਸ਼ਰ ਵਾਹਿਗੁਰੂ ਦਾ ਓਟ ਆਸਰਾ ਰੱਖਣਾ ਚਾਹੀਦਾ ਹੈ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ, ਅਮਰ ਸ਼ਹੀਦ ਯੋਧੇ ਜਰਨੈਲ, ਇਹੀ ਉਹ ਕਹਿੰਦੇ ਰਹੇ ਨੇ ਕਿ ਖਾਲਸਾ ਜੀ ਆਪਾਂ ਆਪਣੇ ਘਰ ਵਿੱਚ ਆਈਏ। ਜਦੋਂ ਅਸੀਂ ਘਰ ਵਿੱਚ ਆਵਾਂਗੇ ਤੇ ਘਰ ਵਾਲੇ ਵੀ ਬਣ ਜਾਵਾਂਗੇ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮਹਾਰਾਜ ਦੇ ਚਰਨਾਂ ਵਿੱਚ ਇਹੀ ਬੇਨਤੀ ਕਰੀਏ, ਫਰੀਦਾ ਬਾਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖੀ ਤਾਂ ਜੀਓ ਸਰੀਰੋਂ ਲੈ। ਗੁਰੂ ਕਿਰਪਾ ਕਰੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਣੀ ਤੇ ਬਾਣੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਇਹੀ ਸਭ ਤੋਂ ਵੱਡਾ ਲੀਡਰ ਹੈ। ਇਹੀ ਸਭ ਤੋਂ ਵੱਡਾ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਗੁਰੂ ਸਾਹਿਬਾਨ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਦ ਰਾਖੀ ਮੇਰੀ ਵਾਲਾ ਜੀਵਨ ਬਣ ਜਾਵੇ। ਇਹੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅਰਦਾਸ ਬੇਨਤੀ ਇਹੀ ਜੋਦੜੀ ਹੈ ਮਹਾਰਾਜ ਦੇ ਚਰਨਾਂ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਟਾਈਮ ਦਿੱਤਾ। ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਹੁਣ ਤੱਕ ਦੀਆਂ ਜੋ ਅਸੀਂ ਗੱਲਾਂ ਬਾਤਾਂ ਇੰਟਰਵਿਊ ਕੀਤੀਆਂ ਪਸੰਦ ਆਈਆਂ ਹੋਣਗੀਆਂ। ਅਤੇ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ ਤੁਹਾਡੇ ਸਵਾਲ ਲੈ ਕੇ। ਸੋ ਸਾਨੂੰ ਇਜਾਜ਼ਤ ਦਿਓ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।